ਸੰਗਰੂਰ 'ਚ 20 ਦਿਨਾਂ ਤੋਂ ਚੱਲ ਰਿਹਾ ਕਿਸਾਨਾਂ ਦਾ ਧਰਨਾ ਅੱਜ ਹੋਏਗਾ ਖਤਮ। ਅੱਜ ਮੋਰਚੇ 'ਚ ਵੱਡੀ ਰੈਲੀ ਤੋਂ ਬਾਅਦ ਘਰ ਵਾਪਸੀ ਕਰਨਗੇ ਕਿਸਾਨ। ਕੱਲ ਸਰਕਾਰ ਨਾਲ ਮੀਟਿੰਗ 'ਚ ਮੰਗਾਂ ਤੇ ਬਣੀ ਸੀ ਸਹਿਮਤੀ। ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਸ਼ਾਨਦਾਰ ਜ਼ਮੀਨਾਂ ਦੀ ਮਾਲਕੀ ਮੁੜ ਗ੍ਰਾਮ ਪੰਚਾਇਤਾਂ ਦੇ ਨਾਮ ਕਰਨ ਦੇ ਹੁਕਮ ਜਾਰੀ। DCS ਨੂੰ ਲਿਖੇ ਪੱਤਰ ਦੇ ਵਿੱਚ ਕਿਹਾ ਚੱਕਬੰਦੀ ਵਿਭਾਗ ਵੱਲੋਂ ਸਾਜ਼ਿਸ਼ਨ ਤਰੀਕੇ ਨਾਲ ਬਦਲੀ ਗਈ ਸੀ ਮਾਲਕੀ। ਸਾਬਕਾ MLA ਜੋਗਿੰਦਰਪਾਲ ਪੋਆ ਦੇ ਘਰ ਤੇ 24 ਘੰਟੇ ਤੋਂ ਇਨਕਮ ਟੈਕਸ ਵਿਭਾਗ ਦੀ ਰੇਡ ਜਾਰੀ। ਫਾਰਮ ਹਾਊਸ, ਕ੍ਰਸ਼ਰ ਤੇ ਦਫ਼ਤਰ ਦੀ ਵੀ ਚੈਕਿੰਗ। ਰੇਡ ਦੌਰਾਨ ਕੱਲ ਸ਼ਾਮ ਵਿਗੜੀ ਪੋਆ ਦੀ ਸਿਹਤ, ਹਸਪਤਾਲ 'ਚ ਭਰਤੀ। ਹਰਿਆਣਾ SDMC ਐਕਟ ਦੇ ਵਿੱਚ ਬਦਲਾਅ ਤੇ ਅਕਾਲੀ ਦਲ ਨੇ ਜਤਾਇਆ ਸਖਤ ਇਤਰਾਜ਼। ਕਿਹਾ ਸਰਕਾਰ ਨੇ ਲਿਆ ਕਮੇਟੀ ਤੇ ਫੁੱਲ ਕੰਟਰੋਲ। 24 ਅਕਤੂਬਰ ਨੂੰ ਹਰਿਆਣਾ ਸਰਕਾਰ ਨੇ ਜਾਰੀ ਕੀਤਾ ਸੀ ਆਰਡੀਨੈਂਸ। ਪੰਜਾਬ ਸਰਕਾਰ ਦੇ ਸਰਵੇ 'ਚ ਹੋਇਆ ਵੱਡਾ ਖੁਲਾਸਾ। ਪੈਨਸ਼ਨ ਲੈਣ ਵਾਲੇ 90,000 ਤੋਂ ਵੱਧ ਫਰਜ਼ੀ ਲਾਭਪਾਤਰੀਆਂ ਦੀ ਹੋਈ ਪਛਾਣ। ਕੈਬਨਿਟ ਮੰਤਰੀ ਬਲਜੀਤ ਕੌਰ ਬੋਲੇ ਹਰ ਮਹੀਨੇ ਹੋਏਗੀ 13.54 ਕਰੋੜ ਰੁਪਏ ਦੀ ਬਚਤ। ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲੇ 10,000 ਤੋਂ ਪਾਰ। ਇਸ ਸਾਲ ਹੁਣ ਤੱਕ 10,212 ਥਾਵਾਂ ਤੇ ਸਾੜੀ ਗਈ ਪਰਾਲੀ। ਕੱਲ ਇੱਕ ਦਿਨ ਦੇ ਵਿੱਚ 2067 ਮਾਮਲੇ ਆਏ ਸਾਹਮਣੇ। ਅੰਮ੍ਰਿਤਸਰ 'ਚ BSF ਦਾ ਵੱਡਾ ਐਕਸ਼ਨ। ਅਜਨਾਲਾ BOP ਤੋਂ 1 ਕਿਲੋ ਹੈਰੋਇਨ ਬਰਾਮਦ। ਇਲਾਕੇ ਦੇ ਵਿੱਚ ਚਲਾਇਆ ਜਾ ਰਿਹਾ ਸਰਚ ਆਪਰੇਸ਼ਨ। ਦਿੱਲੀ ਪੁਲਿਸ ਨੇ ਖਤਰਨਾਕ ਗੈਂਗਸਟਰ ਨਦੀਮ ਕਾਲੀਆ ਨੂੰ ਕੀਤਾ ਗ੍ਰਿਫਤਾਰ। ਨਾਸਿਰ ਗੈਂਗ ਦਾ ਗੁਰਗਾ 2 ਸਾਲ ਤੋਂ ਸੀ ਫਰਾਰ। ਗੈਂਗਸਟਰ ਤੋਂ ਇੱਕ ਪਿਸਟਲ ਤੇ 2 ਕਾਰਤੂਸ ਬਰਾਮਦ। ਪਾਤੜਾਂ ਦੇ ਵਿੱਚ ਨੌਜਵਾਨ ਨੂੰ ਨਹੀਂ ਮਿਲੇ ਨਸ਼ੇ ਲਈ ਪੈਸੇ ਤਾਂ ਕੀਤਾ ਸੁਸਾਈਡ। ਚਿੱਟੇ ਦੇ ਨਸ਼ੇ ਦਾ ਆਦੀ ਸੀ ਨੌਜਵਾਨ। ਨਸ਼ਾ ਮੁਕਤੀ ਕੇਂਦਰ ਦੇ ਵਿੱਚ ਇਲਾਜ ਵੀ ਰਿਹਾ ਬੇਅਸਰ। ਬਠਿੰਡਾ 'ਚ ਮਿਲਿਆ ਬਾਇਓਮੈਡੀਕਲ ਕੂੜਾ। ਵਰਤੇ ਗਏ ਇੰਜੈਕਸ਼ਨ ਤੇ ਸੂਈਆਂ ਨੂੰ ਖੁੱਲੇ 'ਚ ਸੁੱਟਿਆ। 4 ਦਿਨ ਪਹਿਲਾਂ ਵੀ ਅਜਿਹੀਆਂ ਤਸਵੀਰਾਂ ਆਈਆਂ ਸੀ ਸਾਹਮਣੇ, ਪਰ ਪ੍ਰਸ਼ਾਸਨ ਨੇ ਨਹੀਂ ਕੀਤੀ ਕੋਈ ਕਾਰਵਾਈ। ਗੁਰੂਗ੍ਰਾਮ ਦੇ ਵਿੱਚ ਚਲਦੀ ਕਾਰ 'ਚੋਂ ਪਟਾਕੇ ਚਲਾਉਣ ਵਾਲੇ 3 ਨੌਜਵਾਨ ਗ੍ਰਿਫਤਾਰ। ਗੱਡੀ ਦੇ ਨੰਬਰ ਤੋਂ ਹੋਈ ਮੁਲਜ਼ਮਾਂ ਦੀ ਪਛਾਣ। ਪੁਲਿਸ ਨੇ BMW ਤੇ ਵਰਨਾ ਕਾਰ ਕੀਤੀ ਬਰਾਮਦ। ਫਰੀਦਕੋਟ ਦੇ ਪਿੰਡ ਝਾੜੀਵਾਲਾ 'ਚ ਇੱਕ ਪਰਿਵਾਰ ਤੇ ਟੁੱਟਿਆ ਦੁੱਖਾਂ ਦਾ ਪਹਾੜ। ਸ਼ਖਸ ਦਾ ਸਿਵਾ ਠੰਡਾ ਹੋਣ ਤੋਂ ਪਹਿਲਾਂ ਹੀ ਬੇਟੇ ਤੇ ਭਰਜਾਈ ਦੀ ਹਾਦਸੇ 'ਚ ਮੌਤ। ਕਾਰ ਦੀ ਜ਼ੋਰਦਾਰ ਟੱਕਰ ਨਾਲ ਦੋਹਾਂ ਸੜੇ 3 ਲੋਕਾਂ ਦੀ ਮੌਤ। ਦਿੱਲੀ 에ਅਰਪੋਰਟ ਤੋਂ ਟੇਕ ਆਫ ਕਰਦੇ ਵੇਲੇ ਇੰਡੀਗੋ ਜਹਾਜ਼ ਦੇ ਇੰਜਨ 'ਚ ਲੱਗੀ ਅੱਗ। ਪਾਇਲਟ ਨੇ ਰਨਵੇ ਤੇ ਹੀ ਰੋਕਿਆ ਪਲੇਨ। ਸਾਰੇ 184 ਯਾਤਰੀ ਸੁਰੱਖਿਅਤ। ਸਤਿ ਸ਼੍ਰੀ ਅਕਾਲ, ਮੈਂ ਅਰਸ਼ਦੀਪ ਸੰਧੂ। ਨਿਊਜ਼ 18 ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਸ਼ੁਰੂਆਤ ਕਰਦੇ ਹਾਂ ਕਿਸਾਨਾਂ ਦੇ ਧਰਨੇ ਤੋਂ। ਸੰਗਰੂਰ ਦੇ ਵਿੱਚ 20 ਦਿਨਾਂ ਤੋਂ ਕਿਸਾਨਾਂ ਦਾ ਧਰਨਾ ਜਾਰੀ ਸੀ ਤੇ ਅੱਜ ਕਿਸਾਨ ਇਹ ਧਰਨਾ ਚੁੱਕਣ ਜਾ ਰਹੇ ਨੇ। ਅੱਜ ਸੰਗਰੂਰ ਚੋਂ ਕਿਸਾਨ ਆਪਣਾ ਧਰਨਾ ਚੁੱਕਣਗੇ। 20 ਦਿਨਾਂ ਦੇ ਬਾਅਦ ਇਹ ਧਰਨਾ ਖਤਮ ਹੋ ਰਿਹਾ ਹੈ। ਮੰਗਾਂ ਮੰਨ ਲਈਆਂ ਗਈਆਂ ਨੇ, ਲਿਖਤੀ ਭਰੋਸਾ ਦਿੱਤਾ ਗਿਆ, ਉਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਵੱਡੀ ਰੈਲੀ ਤੋਂ ਬਾਅਦ ਅੱਜ ਕਿਸਾਨ ਆਪਣੇ ਘਰਾਂ ਨੂੰ ਵਾਪਸੀ ਕਰਨਗੇ। 20 ਦਿਨਾਂ ਦੇ ਬਾਅਦ ਕਿਸਾਨਾਂ ਦਾ ਇਹ ਵੱਡਾ ਧਰਨਾ ਖਤਮ ਹੋ ਰਿਹਾ ਹੈ। ਕੱਲ ਸਰਕਾਰ ਦੇ ਨਾਲ ਮੀਟਿੰਗ ਦੇ ਵਿੱਚ ਮੰਗਾਂ ਤੇ ਸਹਿਮਤੀ ਬਣ ਗਈ ਸੀ। ਸਰਕਾਰ ਨੇ ਜਥੇਬੰਦੀ ਨੂੰ ਮੰਗਾਂ ਮੰਨਣ ਦਾ ਲਿਖਤੀ ਭਰੋਸਾ ਦਿੱਤਾ ਹੈ, ਜਿਸ ਤੋਂ ਬਾਅਦ ਅੱਜ ਇਹ ਧਰਨਾ ਖਤਮ ਹੋਣ ਜਾ ਰਿਹਾ ਹੈ। 9 ਅਕਤੂਬਰ ਤੋਂ ਧਰਨਾ ਜਾਰੀ ਸੀ। ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਸੰਗਰੂਰ ਦੇ ਵਿੱਚ ਕਿਸਾਨ ਲਗਾਤਾਰ ਧਰਨਾ ਦੇ ਰਹੇ ਸੀ ਪਿਛਲੇ 20 ਦਿਨਾਂ ਤੋਂ ਤੇ ਅੱਜ ਇਹ ਧਰਨਾ ਖਤਮ ਹੋਣ ਜਾ ਰਿਹਾ। ਅੱਜ ਇੱਕ ਵੱਡੀ ਰੈਲੀ ਤੋਂ ਬਾਅਦ ਕਿਸਾਨ ਘਰ ਵਾਪਸੀ ਕਰਨਗੇ। ਕੱਲ ਸਰਕਾਰ ਦੇ ਨਾਲ ਮੀਟਿੰਗ ਹੋਈ। ਮੀਟਿੰਗ ਦੇ ਵਿੱਚ ਮੰਗਾਂ ਤੇ ਸਹਿਮਤੀ ਬਣੀ ਤੇ ਸਰਕਾਰ ਦੇ ਵੱਲੋਂ ਲਿਖਤੀ ਭਰੋਸਾ ਦਿੱਤਾ ਗਿਆ। ਉਸ ਤੋਂ ਬਾਅਦ ਕਿਸਾਨਾਂ ਨੇ ਇਹ ਫੈਸਲਾ ਲਿਆ ਹੈ ਅੱਜ ਇੱਕ ਵੱਡੀ ਰੈਲੀ ਕਿਸਾਨ ਕਰਨਗੇ। ਉਸ ਤੋਂ ਬਾਅਦ ਇਹ ਧਰਨਾ ਖਤਮ ਕੀਤਾ ਜਾਏਗਾ। ਕਿਸਾਨ ਘਰ ਵਾਪਸੀ ਕਰਨਗੇ। ਤਾਂ ਸੰਗਰੂਰ ਦੇ ਵਿੱਚ ਕਿਸਾਨ ਅੱਜ ਆਪਣਾ ਧਰਨਾ ਖਤਮ ਕਰਨ ਜਾ ਰਹੇ ਨੇ। 20 ਦਿਨਾਂ ਤੋਂ CM ਰਿਹਾਇਸ਼ ਦੇ ਨੇੜੇ ਕਿਸਾਨਾਂ ਦਾ ਵੱਡਾ ਧਰਨਾ ਜਾਰੀ ਸੀ। ਕਈ ਸਾਰੀਆਂ ਮੰਗਾਂ ਤੇ ਪਹਿਲਾਂ ਵੀ ਸਹਿਮਤੀ ਬਣੀ ਸੀ, ਲੇਕਿਨ ਕਿਸਾਨ ਲਿਖਤੀ ਭਰੋਸਾ ਮੰਗ ਰਹੇ ਸੀ। ਤਾਂ ਸਰਕਾਰ ਦੇ ਵੱਲੋਂ ਕੱਲ ਮੀਟਿੰਗ ਦੇ ਵਿੱਚ ਲਿਖਤੀ ਭਰੋਸਾ ਦਿੱਤਾ ਗਿਆ, ਜਿਸ ਤੋਂ ਬਾਅਦ ਅੱਜ ਇਹ ਧਰਨਾ ਖਤਮ ਹੋਣ ਜਾ ਰਿਹਾ ਹੈ। ਅੱਜ ਇੱਕ ਵੱਡੀ ਰੈਲੀ ਕਿਸਾਨਾਂ ਦੇ ਵੱਲੋਂ ਕੱਢੀ ਜਾਏਗੀ, ਜਿਸ ਤੋਂ ਬਾਅਦ ਇਹ ਧਰਨਾ ਖਤਮ ਕੀਤਾ ਜਾਏਗਾ। ਚਰਨਜੀਤ ਕੌਸ਼ਲ ਸਾਡੇ ਸਹਿਯੋਗੀ ਸੰਗਰੂਰ ਤੋਂ ਜੁੜੇ ਹੋਏ ਨੇ ਇਸ ਵੇਲੇ ਲਾਈਵ। ਚਰਨਜੀਤ, ਕੀ ਕੁਝ ਤਸਵੀਰਾਂ ਨੇ? ਸਹਿਮਤੀ ਬਣ ਚੁੱਕੀ ਹੈ, ਲਿਖਤੀ ਭਰੋਸਾ ਹੁਣ ਮਿਲ ਗਿਆ, ਅੱਜ ਧਰਨਾ ਖਤਮ ਹੋਣ ਜਾ ਰਿਹਾ ਹੈ। ਇਸ ਵੇਲੇ ਦੀ ਕੀ ਕੁਝ ਤਸਵੀਰ ਹੈ?
ਬਿਲਕੁਲ ਅਰਸ਼ੀ, ਬਿਲਕੁਲ ਗਰਾਊਂਡ ਜ਼ੀਰੋ ਦੇ ਉੱਪਰ ਨਿਊਜ਼ 18 ਇਸ ਵਕਤ ਪਹੁੰਚਿਆ ਹੈ। ਲਗਾਤਾਰ ਦਰਸ਼ਕਾਂ ਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਕਿਉਂਕਿ ਕਿਸਾਨਾਂ ਦਾ ਧਰਨਾ ਅੱਜ ਸਮਾਪਤ ਹੋ ਜਾਏਗਾ। ਪੰਜਾਬ ਸਰਕਾਰ ਦੇ ਖਿਲਾਫ ਆਪਣੀਆਂ ਮੰਗਾਂ ਨੂੰ ਲੈ ਕੇ ਸੰਗਰੂਰ ਦੀਆਂ ਸੜਕਾਂ ਦੇ ਉੱਪਰ ਡਟੇ ਹੋਏ ਸੀ ਤੇ ਅੱਜ ਸਹਿਮਤੀ ਹੋ ਗਈ। ਕੱਲ ਤੁਹਾਨੂੰ ਦੱਸ ਦਈਏ ਕਿ ਕੱਲ ਕਿਸਾਨਾਂ ਦੀ ਸਰਕਾਰ ਦੇ ਨਾਲ ਸਹਿਮਤੀ ਹੋ ਗਈ ਤੇ ਅੱਜ ਕਿਸਾਨਾਂ ਦੇ ਵੱਲੋਂ ਧਰਨਾ ਚੱਕਿਆ ਜਾਵੇਗਾ। ਤੁਹਾਨੂੰ ਤਸਵੀਰਾਂ ਦਿਖਾਉਂਦੇ ਹਾਂ ਕਿ ਕਿਸਾਨ ਸੰਗਰੂਰ ਦੀਆਂ ਸੜਕਾਂ ਦੇ ਉੱਪਰ ਬਿਲਕੁਲ ਮੁਕੰਮਲ ਤਰੀਕੇ ਦੇ ਨਾਲ ਆਪਣਾ ਘਰ-ਬਾਰ, ਬਰਤਨ, ਭਾਂਡੇ, ਹਰ ਇੱਕ ਚੀਜ਼ ਇੱਥੇ ਲੈ ਕੇ ਬੈਠੇ ਸੀ ਤੇ ਅੱਜ ਕਿਸਾਨ ਜਾ ਰਹੇ ਨੇ। ਕਿਵੇਂ ਲੱਗਦਾ ਜੀ ਅੱਜ ਤੁਹਾਡੀ ਜਿੱਤ ਹੋਈ ਆ, ਮੰਗਾਂ ਸਰਕਾਰ ਨੇ ਮੰਨ ਲਈਆਂ, ਅੱਜ ਸਮਾਪਤੀ ਧਰਨੇ ਦੀ? ਹਾਂਜੀ, ਸਾਡੀ ਸਮਾਪਤੀ ਹੈ ਜੀ ਧਰਨੇ ਦੀ। ਸਾਨੂੰ ਇਸ ਗੱਲ ਦਾ ਬਹੁਤ ਪ੍ਰਾਊਡ ਆ ਵੀ ਜਿਹੜੀਆਂ ਮੰਗਾਂ ਅਸੀਂ ਸਰਕਾਰ ਨੂੰ ਆਪਣੇ ਪਰਾਲੀ ਦੇ ਮੁੱਦੇ ਤੇ ਮਤਲਬ ਅੱਗ ਲਾਉਣ ਦੀ ਖਾਤਰ ਕਿਹਾ ਸੀ ਵੀ ਉਹਦਾ ਸਹੀ ਹੱਲ ਲੱਭਣ ਦੀ ਖਾਤਰ ਕਿਹਾ ਸੀ, ਮਾਈਨਿੰਗ ਦੇ ਬਾਰੇ ਵੀ ਸਹੀ ਹੱਲ ਲੱਭਣ ਦੀ ਖਾਤਰ ਕਿਹਾ ਸੀ, ਜਿਹੜੀ ਗੁਲਾਬੀ ਸੁੰਡੀ ਨਾਲ ਜੀ ਸਾਡੇ 5 ਜ਼ਿਲ੍ਹਿਆਂ ਸਾਰੀਆਂ ਲਿਖਤੀ 'ਚ ਮਿਲ ਗਈਆਂ, ਸਾਰੀਆਂ ਜਿੰਨੀਆਂ ਸਾਡੀਆਂ ਟੋਟਲ 6-7 ਮੰਗਾਂ ਸੀ ਜੀ। ਸਾਡੀ ਡਿਮਾਂਡ ਸੀ ਸਾਡੇ ਜਥੇਬੰਦੀ ਦੀ, ਸਾਡੇ ਸੂਬੇ ਦੇ ਆਗੂਆਂ ਦੀ, ਵੀ ਜਿੰਨਾ ਚਿਰ ਸਾਨੂੰ ਸਰਕਾਰ, ਭਗਵੰਤ ਮਾਨ ਦੀ ਸਰਕਾਰ ਲਿਖਤੀ ਰੂਪ ਦੇ ਵਿੱਚ ਮੰਗਾਂ ਲਿਖ ਕੇ ਨਹੀਂ ਦਿੰਦੀ ਉਹਨਾਂ ਚਿਰ ਜਿਹੜਾ ਸਾਡਾ ਧਰਨਾ ਹੈਗਾ ਉਹ ਪਰਮਾਨੈਂਟ ਲਗਾਤਾਰ ਚੱਲਦਾ ਰਹੂਗਾ। ਬਿਲਕੁਲ। ਅੱਜ ਸਮਾਪਤੀ ਬਾਪੂ ਕਿਵੇਂ ਦੇਖਦੇ ਹੋ? ਘਰ ਨੂੰ ਜਾ ਰਹੇ ਹੋ, ਪਰਿਵਾਰ ਨਾਲ ਗੱਲਬਾਤ ਹੋਈ ਹੈ ਵੀ ਜਿੱਤ ਗਏ ਅਸੀਂ? ਹਾਂ, ਪਰਿਵਾਰਾਂ ਨਾਲ ਸਾਡੀ ਗੱਲਬਾਤ ਹੋਈ ਵੀ ਹੈ ਤੇ ਕੋਈ ਗੱਲ ਨਹੀਂ, ਉਹ ਤਾਂ ਆਪਾਂ ਤਾਂ ਪੱਕਾ ਹੀ ਆ ਜਿੱਥੇ ਹੁੰਦਾ ਪ੍ਰੋਗਰਾਮ। ਮੇਰਾ ਮੋਗਾ ਜ਼ਿਲ੍ਹਾ ਹੈ, ਪਿੰਡ ਮਾਛੀ ਕੇ। ਫਿਰ ਵੀ ਦੇਖਦੇ ਹੋ ਤੁਸੀਂ ਉਰੇ ਆਪ ਚਾਹਾਂ ਬਣਾਉਣੀਆਂ, ਆਪ ਲੰਗਰ ਬਣਾਉਣੇ ਤੇ ਹੁਣ ਘਰੇ ਜਾ ਕੇ ਪਰਿਵਾਰ ਦਾ ਪੂਰਾ ਹਰ ਚੀਜ਼ ਤੁਹਾਨੂੰ ਮਿਲੂਗੀ। ਜਿਹੜਾ ਇਹ ਨਜ਼ਾਰਾ ਇਹ ਨਹੀਂ ਮਿਲਣਾ। ਅੱਛਾ, ਜਿਹੜਾ ਇੱਥੇ ਮਿਲਣਾ ਉਹ ਨਹੀਂ ਮਿਲਣਾ। ਅਸੀਂ ਨਾ ਇਹ ਵੀਰ ਗਰਾਹਾਂ ਨੇ ਮੀਟਿੰਗ ਮਾਛੀ ਕੀ ਮੇਰੇ ਕੋਲੇ ਇੱਕ ਹੁੰਦੀ ਸੀ ਕਾਕਾ ਸਿੰਘ ਕੋਲੇ, ਮੈਨੂੰ 10 ਸਾਲ ਅੱਗੋਂ ਦੱਸਤਾ ਸੀ ਆਪਣੇ ਆਗੂਆਂ ਨੇ, ਕਹਿੰਦਾ ਝੰਡਾ ਭਾਲਾ ਨਹੀਂ ਥਿਆਉਣਾ, ਸਾਲਾਂ ਬੱਧੀ ਕੋਲ ਚੱਲੂਗਾ ਜ਼ਮੀਨ ਦਾ। ਇਹ ਸਰਕਾਰਾਂ ਜਿਹੜੀਆਂ ਐਵੇਂ ਨਹੀਂ ਮੰਨ ਰਹੀਆਂ। ਅਸੀਂ ਪੂਰੇ ਅੱਗੇ ਵੀ ਤਸਵੀਰਾਂ ਦਿਖਾਉਣੇ, ਨਾਲ ਆਓ ਮੇਰੇ, ਕਿਉਂਕਿ ਕਿਸਾਨ ਇੱਕੋ ਗੱਲ ਕਹਿ ਰਹੇ ਨੇ ਕਿ ਸਾਡੇ ਜਿਹੜੇ ਇੱਥੇ ਨਜ਼ਾਰੇ ਨੇ ਉਹ ਨਹੀਂ ਸਾਨੂੰ ਮਿਲਨੇ, ਕਿਉਂਕਿ ਘਰਾਂ ਦੇ ਵਿੱਚ ਜਿਹੜੇ ਬਜ਼ੁਰਗ ਨੇ ਇਕੱਲੇ ਰਹਿੰਦੇ ਨੇ। ਤੁਹਾਨੂੰ ਹਰ ਇੱਕ ਤਸਵੀਰ ਦਿਖਾਵਾਂਗੇ ਕਿ ਟਰਾਲੀਆਂ ਦੇ ਵਿੱਚ ਜਿਹੜੇ ਕਿਸਾਨਾਂ ਨੇ ਟਰਾਲੀਆਂ ਆਪਣੀਆਂ ਸਜਾਈਆਂ ਹੋਈਆਂ ਨੇ। ਇਹ ਟਰਾਲੀਆਂ ਦੇ ਵਿੱਚ ਕਿਸਾਨ ਸਮਾਨ ਰੱਖ ਕੇ ਲੈ ਕੇ ਆਏ ਸੀ ਤੇ ਇਹ ਐਵੇਂ ਸਮਾਨ ਰੱਖ ਕੇ ਲੈ ਕੇ ਜਾਣਗੇ। ਚਾਹੇ ਗੱਲ ਫਰਿੱਜ ਦੀ ਹੋਈ, ਜਿਵੇਂ ਦਿੱਲੀ ਦੇ ਵਿੱਚ ਕਿਸਾਨਾਂ ਦੇ ਕੋਲੇ ਫਰਿੱਜ ਸੀ, ਗੈਸ ਸਿਲੰਡਰ ਸੀ, ਚੁੱਲ੍ਹੇ ਸੀ, ਪੱਖੇ ਸੀ, ਹਰ ਇੱਕ ਸਹੂਲਤ ਕਿਸਾਨਾਂ ਦੇ ਕੋਲੇ ਇੱਥੇ ਆ। ਪੱਕੇ ਕਿਸਾਨਾਂ ਨੇ ਜਿਹੜੇ ਸ਼ੈੱਡ ਬਣਾਏ ਹੋਏ ਨੇ, ਤੁਹਾਨੂੰ ਅੱਗੇ ਦੀ ਤਸਵੀਰ ਦਿਖਾਵਾਂਗੇ ਕਿਉਂਕਿ ਕਿਸਾਨ ਇਸੇ ਜਗ੍ਹਾ ਦੇ ਉੱਪਰ ਖਾਂਦੇ ਨੇ, ਇੱਥੇ ਰਹਿੰਦੇ ਨੇ। ਹਰ ਇੱਕ ਸਹੂਲਤ ਕਿਸਾਨਾਂ ਨੇ ਇੱਥੇ ਸਜਾਈ ਹੋਈ ਸੀ ਤੇ ਅੱਜ ਕਿਸਾਨਾਂ ਦੇ ਵੱਲੋਂ ਜੇਤੂ ਰੈਲੀ ਦਾ ਐਲਾਨ ਕੀਤਾ ਹੋਇਆ। ਉਗਰਾਹਾਂ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਕਿਹਾ ਸੀ ਕਿ ਜੇਤੂ ਰੈਲੀ ਪਹਿਲਾਂ ਇਕੱਠ ਸੀ ਤੇ ਹੁਣ ਜਦੋਂ ਕੱਲ ਸਰਕਾਰ ਨਾਲ ਸਹਿਮਤੀ ਹੋ ਗਈ ਤਾਂ ਜੇਤੂ ਰੈਲੀ ਦਾ ਐਲਾਨ ਕੀਤਾ ਹੋਇਆ। ਤਾਂ ਕਿਸਾਨ ਆਪਣੀਆਂ ਤਰਪਾਲਾਂ ਸੰਭਾਲਣੀਆਂ ਸ਼ੁਰੂ ਕਰ ਦਿੱਤੀਆਂ। ਭਾਈ ਕਿਵੇਂ ਦੇਖਦੇ ਹੋ? ਅੱਜ 22 ਦਿਨ ਹੋ ਗਏ ਤੇ ਹੁਣ ਸੰਤੁਸ਼ਟੀ ਮਿਲ ਗਈ, ਜਿੱਤ ਮਿਲ ਗਈ ਤੁਹਾਨੂੰ? ਹਾਂਜੀ ਸੰਭਾਲਣ ਲੱਗੇ ਸਮਾਨ? ਹਾਂਜੀ ਸਮਾਨ ਸਾਂਭੀ ਜਾਂਦੇ। ਕਿਉਂ ਕਿੰਨੇ ਕੁ ਵਜੇ ਰਵਾਨਗੀ ਕਰਨੀ ਆ? 3 ਵਜੇ ਤੋਂ ਬਾਅਦ। 3 ਵਜੇ ਤੋਂ ਬਾਅਦ। ਤੁਹਾਡਾ ਸਮਾਨ ਤਾਂ ਬਹੁਤ ਜ਼ਿਆਦਾ, ਤੁਸੀਂ ਲਾਗੇ ਅਗਰ ਗੱਲ ਕਰੀਏ ਤੁਹਾਨੂੰ ਤਸਵੀਰਾਂ ਦਿਖਾਉਂਦੇ ਕਿ ਆਪਣਾ ਸਮਾਨ ਸ਼ਿਫਟ ਕਰਨ ਲੱਗੇ, ਹੌਲੀ ਹੌਲੀ ਸਮਾਨ ਚੱਕਿਆ ਜਾਊਗਾ ਕਿਉਂਕਿ ਪੱਕੇ ਘਰਾਂ ਵਾਂਗੂ ਬਣਾ ਰੱਖਿਆ। ਹਾਂਜੀ ਘਰਾਂ ਨੂੰ ਪੱਕਾ ਸਮਾਨ ਹੈ, ਇੱਧਰ ਗੱਦੇ ਪਏ ਵਿੱਚ ਸਭ ਕੁਝ ਰੱਖੀ ਜਾਂਦੇ, ਹਰ ਇੱਕ ਚੀਜ਼ ਸੰਭਾਲਣੀ ਸ਼ੁਰੂ ਕਰ। ਹਾਂਜੀ ਬਿਲਕੁਲ, ਕਿਉਂਕਿ ਹੁਣ 12 ਵਜੇ ਜਿਹੜੇ ਪ੍ਰਧਾਨ ਨੇ ਉਗਰਾਹਾਂ ਜਥੇਬੰਦੀ ਦੇ ਜੋਗਿੰਦਰ ਸਿੰਘ ਉਗਰਾਹਾਂ, ਉਹਨਾਂ ਵੱਲੋਂ ਸਟੇਜ ਦੇ ਉੱਪਰ ਭਾਸ਼ਣ ਦਿੱਤਾ ਜਾਊਗਾ। ਉਹਨਾਂ ਨੇ ਕਿਹਾ ਸੀ ਕਿ ਆਪਣੇ ਆਪ ਅਸੀਂ ਦੱਸਾਂਗੇ ਤੇ ਹੁਣ ਤੁਹਾਨੂੰ ਤਸਵੀਰਾਂ ਦਿਖਾ ਰਹੇ ਕਿ ਕਿਸਾਨ ਆਪਣਾ ਸਮਾਨ ਸੰਭਾਲਣਾ ਸ਼ੁਰੂ ਕਰ ਦਿੱਤਾ। ਕਿਸਾਨਾਂ ਨੇ ਤਿਆਰ ਹੋਣਾ ਸ਼ੁਰੂ ਹੋ ਗਏ ਕਿਉਂਕਿ ਸਟੇਜ ਦੇ ਉੱਪਰ ਇੱਥੋਂ ਕਿਸਾਨ ਆਪਣਾ ਸਮਾਨ ਸੰਭਾਲ ਕੇ ਜਾਣਗੇ ਤੇ ਉਸ ਤੋਂ ਬਾਅਦ ਆਪਣੇ ਘਰਾਂ ਨੂੰ ਰਵਾਨਗੀ ਹੋਊਗੀ। ਕਿਵੇਂ ਦੇਖਦੇ ਹੋ? ਘਰੇ ਫੋਨ ਕਰ ਰੱਖੇ ਨੇ, ਸੁਨੇਹੇ ਲਾਤੇ ਵੀ ਆ ਰਿਹਾ ਜਿੱਤ ਕੇ ਵਾਪਸ? ਹਾਂ ਜੀ, ਫੋਨ ਕਰਤੇ ਆ ਕੱਲ ਹੀ। ਸਾਰਾ ਸਾਡਾ ਪੰਜਾਬ ਹੀ ਇਹ ਨੈਟ ਵੇਖਦਾ ਰਹਿੰਦਾ ਸਾਡਾ ਕੀ ਫੈਸਲਾ ਹੋਇਆ। ਅਸੀਂ ਇਕੱਲੇ ਨਹੀਂ, ਸਾਰਾ ਪੰਜਾਬ ਸਾਡੇ ਨਾਲ ਸਾਰੇ ਦੇਖਦੇ ਸੀ। ਜਾਣਾ ਹੁਣ ਤਿਆਰੀ ਬਣ ਕੇ ਜਾਣਾ, ਸਾਡਾ ਸਮਾਨ ਇਕੱਠਾ ਹੈ। ਕਿਤੇ ਫੇਰ ਵੀ ਸਾਡੀ ਲੋੜ ਹੋਈ, ਜਿੱਥੇ ਸਾਨੂੰ ਮੰਗ ਪਾ ਸੀ ਇਕੱਠਾ ਸਮਾਨ ਇਕੱਠਾ ਰਹਿਣਾ, ਫਿਰ ਧਰਨਾ ਲਾਉਣਾ ਸੀ ਉੱਥੇ। ਫਿਰ ਵੀ ਦੇਖਦੇ ਹੋ ਤਿਉਹਾਰ ਇੱਥੇ ਲੰਘੇ ਨੇ, ਹੁਣ ਗੁਰਪੁਰਬ ਦਾ ਤਿਉਹਾਰ ਆਊ, ਘਰਾਂ 'ਚ ਮਨਾਓਗੇ, ਖੁਸ਼ੀ ਤਾਂ ਹੋ ਰਹੀ ਆ? ਖੁਸ਼ੀ, ਬਹੁਤ ਖੁਸ਼ੀ ਹੋ ਰਹੀ ਹੈ ਸਾਨੂੰ। ਇਹ ਸਾਡੀ ਮੰਗ ਮੰਨੀ ਗਈ ਹੈ। ਜੇ ਸਾਡੀ ਕੋਈ ਬਾਕੀ ਰਹਿੰਦੀ ਮੰਗ ਹੋਈ ਫਿਰ ਅਸੀਂ ਧਰਨਾ ਲਾਵਾਂਗੇ। ਸਾਨੂੰ ਧਰਨੇ ਦੇ ਸਾਨੂੰ ਤਕਲੀਫ ਕੋਈ ਨਹੀਂ। ਆਪਣੀਆਂ ਮੰਗਾਂ ਮਨਾਉਣ ਵਾਸਤੇ, ਹੱਕ ਲੈਣ ਵਾਸਤੇ ਸਾਨੂੰ ਕੋਈ ਤਕਲੀਫ ਨਹੀਂ ਆਉਂਦੀ। ਬਿਲਕੁਲ। ਕਿਵੇਂ ਦੇਖਦੇ ਹੋ ਰਵਾਨਗੀ ਆ? ਕਿੰਨੇ ਕੁ ਵਜੇ ਤੱਕ ਰਵਾਨਗੀ ਹੋ ਜਾਣੀ ਆ? ਰਵਾਨਗੀ ਨੂੰ ਜੀ ਜਦੋਂ ਸਟੇਜ ਸਮਾਪਤੀ ਤੋਂ ਵੀ 5-6 ਦਿਨ ਛਿਪੂਗਾ, ਕਿਉਂਕਿ ਜਿਹੜਾ ਕੋਠੇ ਬਣਾਏ ਆ ਉਹ ਜਿਸ ਤਰ੍ਹਾਂ ਉਹ ਤੁਸੀਂ ਦੇਖ ਕੇ ਆਏ ਆ, ਉਹਨਾਂ ਨੂੰ ਅੱਡੋ ਪਾਟੀ ਕਰਨ ਵਾਸਤੇ, ਉਹਨਾਂ ਨੂੰ ਮਤਲਬ ਅੱਡੋ ਅੱਡੀ ਸੈੱਟ ਕਰਨ ਵਾਸਤੇ ਸਾਨੂੰ ਸਮਾਂ ਲੱਗੂਗਾ। ਦਿਨ ਛਿਪਦੇ ਤੱਕ ਅਸੀਂ ਸਮਾਨ ਇਹ ਮਸਾਂ
ਕੰਪਲੀਟ ਕਰ ਪਾਵਾਂਗੇ। ਕਰ ਰਹੇ ਆ, 2 ਘੰਟੇ ਤੋਂ ਲੱਗੇ ਹੋਏ ਆ। ਜਿਹੜੇ ਦੂਰ ਦਰਾਂਡੇ ਤੋਂ ਨੇ ਉਹਨਾਂ ਨੂੰ ਤਾਂ ਫਿਰ ਸਮਾਂ ਲੱਗੂਗਾ, ਸਵੇਰ ਤੱਕ ਵੀ ਵਿੱਚ ਕਿਸਾਨ ਉਰੇ ਠਹਿਰਨਗੇ ਕਿਉਂਕਿ ਜਿਹੜੇ ਦੂਰ ਜਾਣ ਵਾਲੇ ਨੇ ਉਹ ਸ਼ਾਮ ਨੂੰ ਚੱਲਣਗੇ ਜਾਂ ਸਵੇਰੇ ਚੱਲਣਗੇ? ਜੀ ਜਿਸ ਤਰ੍ਹਾਂ ਗੁਰਦਾਸਪੁਰ, ਅੰਮ੍ਰਿਤਸਰ ਸਾਹਿਬ ਜਾਂ ਮੁਹਾਲੀ ਤੋਂ ਆ ਕੁਛ, ਉਹ ਮਤਲਬ ਉਹਨਾਂ ਨੂੰ ਤਾਂ ਹੋ ਸਕਦਾ ਸਾਰੀ ਰਾਤ ਹੀ ਲੱਗੇ ਜਾਂਦਿਆਂ ਨੂੰ। ਇੱਥੇ ਸ਼ਾਮ ਨੂੰ ਉਹ ਕੰਪਲੀਟ ਕਰਕੇ ਤੁਰ ਪੈਣਗੇ, ਸਾਰੀ ਰਾਤ ਚੱਲਣਗੇ ਉਹ। ਬਾਪੂ ਸਬਜ਼ੀਆਂ ਭਾਜੀਆਂ ਬਣਾਉਣੀਆਂ ਸਿੱਖ ਗਏ ਸੀ, ਸਾਰੀਆਂ ਦਾਲਾਂ ਸਬਜ਼ੀਆਂ ਤੜਕੇ ਲਾਉਣੇ ਪੂਰੇ ਬਾਈ ਜੀ, ਪੂਰੇ ਸਿਖਾਤੇ ਸਰਕਾਰ ਨੇ। ਤੇ ਹੁਣ ਫਿਰ ਘਰੇ ਜਾ ਕੇ ਨੂਹਾਂ ਦੀਆਂ ਬੱਚਿਆਂ ਦੀਆਂ ਖਾਣੀਆਂ ਨੇ। ਹਾਂ ਜੀ, ਤਸੱਲੀ ਆ ਮਨ ਨੂੰ? ਮਨ ਨੂੰ ਤਸੱਲੀ ਆ, ਫਿਰ ਵੀ ਖੁਸ਼ ਹੋ? ਚਲੋ ਖੁਸ਼ ਆ, ਬਾਗੋ ਬਾਗੀ ਆ। ਬਿਲਕੁਲ 22 ਦਿਨਾਂ ਬਾਅਦ ਕਿਸਾਨ ਮੈਂ ਥੱਪੀਆਂ ਰੋਟੀਆਂ ਆਪੇ ਦਾਲ ਬਣਾਈ ਸੀ, ਢਲ ਗਏ ਬਰਸਾਵੇਂ ਕਿਹੜਿਆਂ ਸੰਨਾਂ ਚ ਆਈਏ, ਪੁਰਾਣਾ ਗੀਤ ਆ ਜੀ। ਥੋੜੀ ਗੱਲ ਹੈ ਸਾਰਾ ਕੋਈ ਅੰਤ ਹੀ ਨਹੀਂ ਕਿਸੇ ਚੀਜ਼ ਦਾ, ਸਭ ਬਣਾ ਲਈਦਾ, ਖੀਰਾਂ ਬਣਾਈਆਂ, ਕੋਈ ਅੰਤ ਨਹੀਂ ਕਿਸੇ ਚੀਜ਼ ਦਾ। ਨਜ਼ਾਰੇ ਲੈਣੇ, ਜਿਹੜੀ ਚੀਜ਼ ਘਰੇ ਨਹੀਂ ਕਰ ਸਕਦੀ ਸੀ ਇੱਥੇ ਕੀਤੀ ਆ। ਸਕਦੇ ਹਾਂ ਅਸੀਂ ਮੜਮਾਣਾ ਆਟਾ ਗੁੰਨ ਕੇ ਜੀ, ਸਾਰਾ ਉਦੋਂ ਦਿੱਲੀ ਵੀ ਗੁੰਨਿਆ, ਚੰਡੀਗੜ੍ਹ ਵੀ, ਸਾਰੇ ਥਾਈ ਹੈ, ਹਰੇਕ ਥਾਈ ਮਹਾਰਾਜ ਦੀ ਕਿਰਪਾ ਸਾਡੇ ਤੇ। ਕੀ ਕਹੋ? ਸਾਡਾ ਜੀ ਧਰਨਾ ਲੱਗਾ ਇਹ ਤੋਂ ਬਾਅਦ ਮੋਗੇ ਜ਼ਿਲ੍ਹੇ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਕੋਕਰੀ ਕਲਾਂ ਪਿੰਡ ਦੇ ਵਿੱਚ ਇੱਕ ਸਿਆਸੀ ਵੱਡੇ ਘਰਾਣੇ ਵੱਲੋਂ ਦਖਲ ਦੇਦੇ ਆ, ਜ਼ਮੀਨ ਆਪਣੇ ਘਰ ਨਜਾਇਜ਼ ਰੋਕ ਕੇ ਬੇਨਤੀ ਕਰਦੇ ਵੀ ਉੱਥੇ ਆਓ ਜੀ। ਉਹ ਇੱਕ ਪਰਿਵਾਰਕ ਮਸਲੇ ਹੁੰਦੇ ਨੇ, ਤੁਹਾਨੂੰ ਤਸਵੀਰਾਂ ਵੀ ਦਿਖਾਉਂਦੇ ਆ ਕਿ ਕਿਸਾਨਾਂ ਦੇ ਵੱਲੋਂ ਦੇਖੋ ਇੱਕ ਕੋਠੇ ਦੇ ਵਿੱਚ 6-6 ਮੰਜੇ ਲਗਾਏ ਹੋਏ ਨੇ। ਇਸ ਜਗ੍ਹਾ ਦੇ ਉੱਪਰ ਕਿਸਾਨ ਆਰਾਮ ਕਰਦੇ ਸੀ। ਹੁਣ ਕਿਸਾਨਾਂ ਨੇ ਕਿਹਾ ਕਿ ਇਹ ਸਾਨੂੰ ਜਿਹੜੇ ਪੱਕੇ ਸਾਨੇ ਘਰ ਬਣਾਏ ਹੋਏ ਨੇ ਇਹਨੂੰ ਚੱਕਣ ਦੇ ਲਈ ਵੀ ਸਮਾਂ ਲੱਗੂਗਾ, ਕਿਉਂਕਿ ਪੱਕੇ ਜਿਹੜੇ ਟੈਂਟ ਲਗਾਏ ਪਏ ਨੇ, ਹਰ ਇੱਕ ਸੰਭਾਲਣਾ ਕਿਸਾਨਾਂ ਨੇ, ਹਰ ਇੱਕ ਚੀਜ਼ ਨੂੰ ਤਿਆਰ ਕਰਨਾ। ਬਾਕੀ ਜਿਹੜੇ ਦੂਰੋਂ ਕਿਸਾਨ ਨੇ ਉਹ ਸ਼ਾਇਦ ਵਿੱਚ ਕੋਈ ਨਾ ਕੋਈ ਕਿਸਾਨ ਰਾਤ ਵੀ ਇੱਥੇ ਕੱਟਣ, ਕਿਉਂਕਿ ਅਗਰ ਸ਼ਾਮ ਨੂੰ ਚੱਲਦੇ ਨੇ ਤਾਂ ਆਪਣੇ ਘਰਾਂ 'ਚ ਨਹੀਂ ਪਹੁੰਚ ਸਕਦੇ, ਤਾਂ ਸਵੇਰੇ ਇੱਥੋਂ ਰਵਾਨਗੀ ਕਰਨਗੇ। ਜੀ ਅਰਸ਼ੀ ਜੀ ਬਿਲਕੁਲ। ਤਾਂ ਅੱਜ ਕਿਸਾਨਾਂ ਦੇ ਵੱਲੋਂ ਇਸ ਧਰਨੇ ਦੀ ਸਮਾਪਤੀ ਹੋ ਰਹੀ ਹੈ ਤੇ ਅੱਜ ਇੱਕ ਰੈਲੀ ਤੋਂ ਬਾਅਦ ਕਿਸਾਨ ਆਪਣੇ ਘਰੋਂ ਘਰੀ ਵਾਪਸ ਜਾਣਗੇ। ਫਿਲਹਾਲ ਸ਼ੁਕਰੀਆ ਚਰਨਜੀਤ ਤਸਵੀਰਾਂ ਵਿਖਾਉਣ ਦੇ ਲਈ। ਸੰਗਰੂਰ ਦੇ ਵਿੱਚ ਸੀਐਮ ਰਿਹਾਇਸ਼ ਦੇ ਨੇੜੇ 20 ਦਿਨਾਂ ਤੋਂ ਇਹ ਧਰਨਾ ਜਾਰੀ ਸੀ। ਕੱਲ ਸਰਕਾਰ ਦੇ ਨਾਲ ਮੀਟਿੰਗ ਦੇ ਵਿੱਚ ਮੰਗਾਂ ਤੇ ਸਹਿਮਤੀ ਬਣੀ, ਸਰਕਾਰ ਨੇ ਲਿਖਤੀ ਭਰੋਸਾ ਦਿੱਤਾ, ਜਿਸ ਤੋਂ ਬਾਅਦ ਹੁਣ ਕਿਸਾਨਾਂ ਦੇ ਵੱਲੋਂ ਅੱਜ ਘਰ ਵਾਪਸੀ ਦੀ ਤਿਆਰੀ ਕੀਤੀ ਜਾ ਰਹੀ ਹੈ। ਅੱਜ ਇੱਕ ਰੈਲੀ, ਵੱਡੀ ਰੈਲੀ ਕੱਢੀ ਜਾਏਗੀ, ਜਿਸ ਤੋਂ ਬਾਅਦ ਕਿਸਾਨ ਘਰ ਵਾਪਸੀ ਕਰਨਗੇ। उधर हरियाणा एसजीएमसी एक्ट ਨੂੰ ਲੈ ਕੇ ਵਿਵਾਦ ਭਖਦਾ ਜਾ ਰਿਹਾ ਹੈ। एसजीपीसी ਪ੍ਰਧਾਨ ਨੇ ਹਰਿਆਣਾ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ ਤੇ ਕਿਹਾ ਹੈ ਕਿ ਸਾਨੂੰ ਜੋ ਖਦਸ਼ਾ ਸੀ ਉਹੀ ਹੋਇਆ ਹੈ। एसजीपीसी ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਹਰਿਆਣਾ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ, ਕਿਹਾ ਕਿ ਸਾਨੂੰ ਜੋ ਖਦਸ਼ਾ ਸੀ ਉਹੀ ਹੋਇਆ ਹੈ। ਹਰਿਆਣਾ ਸਰਕਾਰ ਤੇ ਨਿਸ਼ਾਨੇ ਸਾਧੇ ਨੇ ਕਿਹਾ ਹੈ ਕਿ ਐਡਹੌਕ ਕਮੇਟੀ ਹਰਿਆਣਾ ਸਰਕਾਰ ਚੁਣੇਗੀ, ਸਰਕਾਰ ਦਾ ਕਮੇਟੀ ਤੇ ਸਿੱਧਾ ਕੰਟਰੋਲ ਹੋਏਗਾ। ਨਾਲ ਹੀ ਇਹ ਵੀ ਕਿਹਾ ਕਿ ਦਾਦੂਵਾਲ ਝੀਂਡਾ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਅਜੇ ਵੀ ਕੁਝ ਨਹੀਂ ਵਿਗੜਿਆ, ਅਕਾਲ ਤਖਤ ਸਾਹਿਬ ਦੀ ਸ਼ਰਨ ਜਾਓ। ਤੇ ਨਾਲ ਹੀ ਕਿਹਾ ਕਿ ਹਰਿਆਣਾ ਸਰਕਾਰ ਆਪਣਾ ਨੋਟੀਫਿਕੇਸ਼ਨ ਤੁਰੰਤ ਵਾਪਸ ਲਵੇ। ਹਰਿਆਣਾ एसजीएमसी एक्ट ਨੂੰ ਲੈ ਕੇ ਵਿਵਾਦ ਭਖਦਾ ਜਾ ਰਿਹਾ ਹੈ। एसजीपीसी ਪ੍ਰਧਾਨ ਨੇ ਸਖਤ ਇਤਰਾਜ਼ ਜਤਾਇਆ ਹੈ, ਹਰਿਆਣਾ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧੇ ਨੇ। ਇੱਕ ਸਵਰਕ ਉਹਨਾਂ ਨੂੰ ਰਿਕਵੈਸਟ ਕੀਤੀ ਆ ਕਿ ਜੋ ਅਸੀਂ ਕਹਿੰਦੇ ਸੀ ਵੀ ਸਰਕਾਰੀ ਦਖਲਅੰਦਾਜ਼ੀ ਹੋਣੀ ਉਹ ਸ਼ੁਰੂ ਹੋ ਗਈ। ਅਸੀਂ ਤਾਂ ਸਿਧਾਂਤਕ ਤੌਰ ਤੇ ਕਹਿੰਦੇ ਆ ਭਈ ਹਾਲੇ ਵੀ ਆ ਜਾਓ, ਕਿਉਂਕਿ ਅਕਾਲ ਤਖਤ ਸੁਪਰੀਮ ਬਾਡੀ ਆ। ਇਹ ਜਿਹੜੀਆਂ ਇੱਥੇ ਦੀਆਂ ਅਦਾਲਤਾਂ ਇਹ ਇੱਥੇ ਤੱਕ ਸੀਮਿਤ। ਅਕਾਲ ਤਖਤ ਕਿਉਂਕਿ ਸਿੱਖਾਂ ਦਾ ਧੁਰਾ, ਇਹਦੇ ਤੇ ਕੋਈ ਅਦਾਲਤ ਦਾ ਹੁਕਮ ਲਾਗੂ ਨਹੀਂ ਹੁੰਦਾ। ਇਹਦਾ ਤਾਂ ਕਿਹਾ ਵੀ ਆਪਾਂ ਕੱਲ ਨੂੰ ਫਿਰ ਇਹਨਾਂ ਗੱਲਾਂ ਲਈ ਜਦੋਜਹਿਦ ਕਰਾਂਗੇ ਜਿਹੜੇ ਸਾਡੇ ਬਜ਼ੁਰਗਾਂ ਨੇ ਕੀਤੀ ਸੀ। ਤੇ ਜੇ ਉਦੋਂ ਸਾਡੇ ਬਜ਼ੁਰਗੇ ਮੰਨ ਲੈਂਦੇ 1920 ਦੇ ਵਿੱਚ ਵੀ ਸਰਕਾਰ ਨੇ ਜਿਹੜੇ ਉਦੋਂ ਸਰਕਾਰ ਗੋਰਿਆਂ ਦੀ ਸੀ ਉਹਨੇ ਨੋਮੀਨੇਟ ਕੀਤੀ ਸੀ, ਮੰਨੀ ਨਹੀਂ ਸਾਡੇ ਬਜ਼ੁਰਗਾਂ ਨੇ। ਇਸੇ ਸਰਬੱਤ ਖਾਲਸਾ ਸਾਦਕੇ ਦਾ ਆਪਣੀ ਕਮੇਟੀ ਬਣਾਈ ਸੀ, ਸਰਕਾਰ ਨੇ ਮੰਨਿਆ ਵੀ ਇਹ ਆਰਡੀਨੈਂਸ ਦੇ ਖਿਲਾਫ ਆਪਾਂ ਜਾਵਾਂਗੇ। ਇਹ ਤਾਂ ਅਸੀਂ ਤਾਂ ਰੱਦ ਹੀ ਕਰਦੇ ਹਾਂ ਮੁੰਡੇ ਨੂੰ ਸਖਤ। ਮੈਂ ਇਹਦੀ ਨਿੰਦਾ ਵੀ ਕਰਦਾ। एसजीपीसी ਪ੍ਰਧਾਨ ਨੇ ਇਸ ਆਰਡੀਨੈਂਸ ਦੀ ਨਿੰਦਾ ਕੀਤੀ ਹੈ। ਹਰਿਆਣਾ एसजीएमसी एक्ट ਨੂੰ ਲੈ ਕੇ ਵਿਵਾਦ ਭਖਦਾ ਜਾ ਰਿਹਾ ਹੈ। ਸਾਡੇ ਨਾਲ ਇਸ ਵੇਲੇ ਬੀਜੇਪੀ ਆਗੂ ਹਰਜੀਤ ਸਿੰਘ ਗਰੇਵਾਲ ਜੁੜੇ ਨੇ। ਗਰੇਵਾਲ ਜੀ, ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਕਿਵੇਂ ਦੇਖਦੇ ਹੋ ਹਰਿਆਣਾ एसजीएमसी एक्ट ਨੂੰ ਲੈ ਕੇ ਜੋ ਆਰਡੀਨੈਂਸ ਜਾਰੀ ਕੀਤਾ ਗਿਆ ਹੈ ਉਸ ਨੂੰ ਲੈ ਕੇ एसजीपीसी ਪ੍ਰਧਾਨ ਨੇ ਕਰੜਾ ਇਤਰਾਜ਼ ਜਤਾਇਆ ਹੈ ਤੇ ਕਿਹਾ ਹੈ ਕਿ ਸਿੱਧਾ ਹੁਣ ਦਖਲ ਹਰਿਆਣਾ ਸਰਕਾਰ ਦਾ ਹੋਣ ਜਾ ਰਿਹਾ ਹੈ। ਅਸੀਂ ਪਹਿਲਾਂ ਹੀ ਇਹ ਖਦਸ਼ਾ ਜਤਾ ਰਹੇ ਸੀ ਤੇ ਹੁਣ ਉਹੀ ਹੋ ਰਿਹਾ ਹੈ। ਇੱਕ ਗੱਲ ਇਹ ਹੈ ਕਿ ਇਹ ਹਰਿਆਣਾ ਦੇ ਜਿਹੜੇ ਸਿੱਖ ਲੀਡਰ ਨੇ ਔਰ ਸਿੱਖ ਜਗਤ ਜਿਹੜਾ ਆ ਜਾ ਉਹ ਸਾਰੇ ਦੇ ਸਾਰੇ ਹਰਿਆਣਾ ਦੇ ਲੋਕ ਇਹ ਚਾਹੁੰਦੇ ਆ ਕਿ ਸਾਡਾ ਅਲੱਗ ਤੋਂ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਇੱਥੋਂ ਦੇ ਹਰਿਆਣਾ ਦੇ ਲੋਕਾਂ ਦੇ ਹੱਥਾਂ 'ਚ। ਤਾਂ ਉਹਦੇ 'ਚ ਝੀਂਡਾ ਗਰੁੱਪ ਵੀ ਇਹੀ ਚਾਹੁੰਦਾ ਤੇ ਦਾਦੂਵਾਲ ਜੀ ਦਾ ਵੀ ਇਹੀ
ਮੰਨਣਾ ਹੈਗਾ। ਤੇ ਉਹਨਾਂ ਸਾਰੇ ਸਰਕਾਰ ਨੂੰ ਮਿਲੇ ਨੇ, ਸਾਰਿਆਂ ਨੇ ਸਰਕਾਰ ਨੂੰ ਰਿਕੁਐਸਟ ਕੀਤੀ ਕਿ ਸਾਡੇ ਤੇ ਜ਼ਬਰਦਸਤੀ ਇਹ ਇੱਕ ਤਰ੍ਹਾਂ ਦਾ ਜਿਹੜੀ ਹੈ CPC ਜਾਂ ਸ਼੍ਰੋਮਣੀ ਅਕਾਲੀ ਦਲ ਇਹ ਜ਼ਬਰਦਸਤੀ ਕਰ ਰਹੇ ਆ। ਅਸੀਂ ਇਹਨਾਂ ਦੇ ਨਾਲ ਸਹਿਮਤ ਨਹੀਂ ਹੈਗੇ। ਇਹ ਪ੍ਰਬੰਧ ਹਰਿਆਣਾ ਦੇ ਸਿੱਖਾਂ ਨੂੰ ਦਿੱਤਾ ਜਾਵੇ ਤੇ ਉਸ ਤੋਂ ਬਾਅਦ ਜੇ ਇਹ 1.5 ਸਾਲ ਲਈ ਜਾਂ 18 ਮਹੀਨਿਆਂ ਲਈ ਕਿੰਨੇ ਦੇਰ ਲਈ ਹੈਗਾ ਇਹ, ਤਾਂ ਉਸ ਤੋਂ ਬਾਅਦ ਤਾਂ ਚੋਣਾਂ ਹੋਣੀਆਂ ਨੇ ਤੇ ਜਨਤਾ ਦੇ ਚੁਣੇ ਹੋਏ ਨੁਮਾਇੰਦੇ ਆਉਣੇ ਨੇ, ਔਰ ਇਹ ਵੀ ਜਨਤਾ ਦੇ ਹੀ ਨੁਮਾਇੰਦੇ ਨੇ ਉੱਥੇ ਜਿਹੜੇ ਪਹਿਲਾਂ ਸਿੱਖ ਲੀਡਰ ਨੇ। ਤੇ ਮੈਂ ਸਮਝਦਾ ਇਸ ਤਰ੍ਹਾਂ ਦਾ ਹੋਰਲਾ ਕਰਨਾ, ਹਰਿਆਣਾ ਦੇ ਸਿੱਖਾਂ ਦੀ ਆਵਾਜ਼ ਨੂੰ ਦਬਾਉਣਾ, ਉਹ ਵੀ ਗਲਤ ਹੈਗਾ। ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲੱਗੇ ਹੋਏ ਆ ਜਾਂ ਬਾਕੀ ਲੋਕ ਲੱਗੇ ਹੋਏ ਆ। ਲੇਕਿਨ ਉਹ ਇਹ ਵੀ ਕਹਿ ਰਹੇ ਨੇ ਕਿ ਐਡਹੌਕ ਕਮੇਟੀ ਹਰਿਆਣਾ ਸਰਕਾਰ ਕਿਉਂ ਚੁਣੇਗੀ? ਇਤਰਾਜ਼ ਇਸ ਤੇ ਵੀ ਸਭ ਤੋਂ ਜ਼ਿਆਦਾ ਹੈ ਕਿ ਹੁਣ ਸਿੱਧੀ ਦਖਲਅੰਦਾਜ਼ੀ ਇਸ ਦੇ ਨਾਲ ਹੋਏਗੀ। ਨਹੀਂ, ਐਡਹੌਕ ਕਮੇਟੀ ਤਾਂ ਕੁਝ ਅਰਸੇ ਲਈ ਚੁਣੀ ਜਾ ਰਹੀ, ਜਿੰਨੀ ਦੇਰ ਇਲੈਕਸ਼ਨਾਂ ਨਹੀਂ ਹੁੰਦੀਆਂ। ਇਲੈਕਸ਼ਨਾਂ ਹੋਣਗੀਆਂ ਕਿਉਂਕਿ ਸਰਕਾਰ ਆਪਦੇ ਹੱਥਾਂ 'ਚ ਕੁਝ ਨਹੀਂ ਲੈਣਾ ਚਾਹੁੰਦੀ, ਸਿੱਖਾਂ ਦੇ ਹੱਥਾਂ 'ਚ ਜਿਹੜੇ ਸਿੱਖ ਲੀਡਰ ਨੇ ਉਹਨਾਂ ਨੂੰ ਐਡਹੌਕ ਕਮੇਟੀ 'ਚ ਪਾਇਆ ਜਾ ਰਿਹਾ 40 ਦੇ ਕਰੀਬ, ਤੇ ਉਹ ਉਹਨਾਂ ਦਾ ਜਿਹੜਾ ਪ੍ਰਧਾਨ ਬਣੇਗਾ ਉਹਨਾਂ 'ਚੋਂ ਹੀ ਉਹ ਆਪਣਾ ਚੁਣ ਲੈਣਗੇ ਤੇ ਉਨੀ ਦੇਰ 'ਚ ਉਹ ਚੋਣਾਂ ਦਾ ਇੰਤਜ਼ਾਮ ਹੋ ਜਾਏਗਾ। ਕਿਉਂਕਿ ਚੋਣਾਂ ਦੇ ਲਈ ਤਾਂ ਇਲੈਕਟਰਲ ਪ੍ਰੋਸੈਸ ਜਿਹੜਾ ਹੈਗਾ ਉਹਦਾ ਟਾਈਮ ਲੱਗਦਾ ਨਾ ਤਿਆਰ ਕਰਨ 'ਚ, ਜਿੰਨਾ ਸਮਾਂ ਲੱਗੇਗਾ ਉਹਦੇ ਚੋਣਾਂ ਹੀ ਹੋਣੀਆਂ ਨੇ, ਚੁਣੇ ਹੋਏ ਨੁਮਾਇੰਦੇ ਹੀ ਉੱਥੇ ਬੈਠਣੇ ਨੇ। ਇਹਨਾਂ ਨੂੰ ਇੰਨੀ ਕੀ ਤਰਲੋ ਮੱਛੀ ਹੋਏ ਆ, ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਹਰਿਆਣਾ ਦੇ ਗੁਰਦੁਆਰਿਆਂ ਦਾ ਪੈਸਾ ਹਰਿਆਣਾ 'ਚ ਹੀ ਖਰਚ ਹੋਵੇ ਤੇ ਹਰਿਆਣਾ ਦੀ ਜਿਹੜਾ ਸਿੱਖਾਂ ਦੇ ਉੱਪਰ ਹੋਵੇ, ਪ੍ਰਚਾਰ ਪ੍ਰਸਾਰ ਤੇ ਹੋਵੇ, ਧਾਰਮਿਕ ਤੇ ਐਜੂਕੇਸ਼ਨ ਤੇ ਹੋਵੇ, ਹੈਲਥ ਤੇ ਹੋਵੇ, ਤੇ ਉਹ ਠੀਕ ਆ ਜਾਂ ਇਹ ਉਹਦੀ ਵੀ ਕਿਤੇ ਹੋਰ ਖਰਚ ਕਰਨਾ ਚਾਹੁੰਦੇ ਆ? ਤਾਂ ਇਹ ਆਪਣੀ ਮਨਸ਼ਾ ਦੱਸਣ ਕੀ ਹੈ ਇਹਨਾਂ ਦੀ। ਸਾਡੇ ਨਾਲ ਗੁਰਚਰਨ ਸਿੰਘ ਗਰੇਵਾਲ ਵੀ ਜੁੜੇ ਨੇ, SGPC ਮੈਂਬਰ। ਤੁਸੀਂ ਜੁੜੇ ਰਹਿਣਾ ਗਰੇਵਾਲ ਜੀ। ਗੁਰਚਰਨ ਸਿੰਘ ਗਰੇਵਾਲ ਜੀ, ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਕਿਵੇਂ ਦੇਖਦੇ ਹੋ ਤੁਸੀਂ? SGPC ਪ੍ਰਧਾਨ ਨੇ ਇਸ ਤੇ ਇਤਰਾਜ਼ ਵੀ ਜਤਾਇਆ ਹੈ, ਲੇਕਿਨ BJP ਆਗੂ ਹਰਜੀਤ ਸਿੰਘ ਗਰੇਵਾਲ ਸਾਡੇ ਨਾਲ ਜੁੜੇ ਹੋਏ ਨੇ। ਉਹਨਾਂ ਦਾ ਕਹਿਣਾ ਹੈ ਕਿ ਸਿੱਖਾਂ ਦੀ ਹੀ ਐਡਹੌਕ ਕਮੇਟੀ ਚੁਣੀ ਜਾਣੀ ਹੈ, ਇਲੈਕਸ਼ਨਸ ਤੱਕ ਉਹ ਕਮੇਟੀ ਚੁਣੀ ਜਾਣੀ ਹੈ, ਉਸ ਤੋਂ ਬਾਅਦ ਤਾਂ ਚੋਣਾਂ ਹੋਣਗੀਆਂ ਤੇ ਇਸ ਦੇ ਵਿੱਚ ਕੋਈ ਹਰਿਆਣਾ ਸਰਕਾਰ ਦੀ ਦਖਲਅੰਦਾਜ਼ੀ ਨਹੀਂ ਹੈ। ਦੇਖੋ ਜੀ, ਇੱਥੇ ਨਾ ਗਰੇਵਾਲ ਸਾਹਿਬ ਸਿੱਖ ਆਗੂ ਨੇ, ਬਹੁਤ ਵਾਰ ਸਿੱਖਾਂ ਦੇ ਮਸਲਿਆਂ ਨੂੰ ਲੈ ਕੇ ਬੜੀ ਚੰਗੀ ਵਿਚਾਰ ਦਿੱਤੇ ਰਹਿੰਦੇ ਆ, ਪਰ ਅੱਜ ਇਹਨਾਂ ਵਾਸਤੇ ਮਜਬੂਰੀ ਬਣੀ ਆ। ਮੈਂ ਇਹਨਾਂ ਦਾ ਗਿਲਾ ਨਹੀਂ ਕਰੂੰਗਾ। ਤੁਸੀਂ ਜ਼ਿਕਰ ਕੀਤਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਗਿਲਾ ਕੀਤਾ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਨੇ ਨਹੀਂ ਕੀਤਾ ਜੀ। ਇਹ ਸਾਰੇ ਸਮੁੱਚੇ ਸਿੱਖ ਜਗਤ ਇਸ ਗੱਲ ਲਈ ਆਪਣੇ ਆਪ ਦੇ ਵਿੱਚ ਬਹੁਤ ਮਾਯੂਸ ਹੈ। ਉਹਦਾ ਕਾਰਨ ਕੀ ਹੈ ਕਿ ਜਿਹੜੀ ਗੱਲ ਦਾ ਅਸੀਂ ਰੌਲਾ ਪਾਉਂਦੇ ਸੀ, ਮੈਂ ਖੁੱਲ ਕੇ ਗੱਲ ਕਰਦਾ, ਮੈਂ ਤੁਹਾਡੇ TV ਤੇ ਆਨਲਾਈਨ ਗੱਲ ਕਰਦਾ, ਤੁਸੀਂ ਕਿਸੇ ਅਕਾਲੀ ਦਲ ਦੇ ਪਰਿਵਾਰ ਨੂੰ ਮਾੜਾ ਕਹਿ ਦਿਓ, ਤੁਸੀਂ ਅਕਾਲੀ ਦਲ ਨੂੰ ਮਾੜਾ ਕਹਿ ਦਿਓ, ਤੁਸੀਂ ਅਕਾਲੀ ਦਲ ਦੀਆਂ ਗਲਤੀਆਂ ਨੂੰ ਖੁੱਲ ਕੇ ਕਰੋ, ਉਹਦਾ ਵਿਰੋਧ ਕਰੋ, ਪਰ ਅੱਜ ਲੋੜ ਹੈ ਸਾਨੂੰ ਸਿੱਖਾਂ ਦੀ ਸ਼ਕਤੀ ਨੂੰ ਕਾਇਮ ਰੱਖਣ ਦੀ। ਸਾਡਾ ਰੌਲਾ ਕੀ ਸੀ? ਅਸੀਂ ਇਹ ਕਹਿੰਦੇ ਸੀ ਕਿ ਸਰਕਾਰ ਇਹ ਤੇ ਕਾਬਜ਼ ਹੋਣ ਜਾ ਰਹੀ ਹੈ, ਤੇ ਅੱਜ ਕੀ ਹੋ ਗਿਆ? ਅਸੀਂ ਦਾਦੂਵਾਲ ਸਾਹਿਬ ਨੂੰ ਵੀ ਇਹ ਬੇਨਤੀ ਕਰਦੇ ਸੀ ਕਿ ਤੁਸੀਂ ਸਿੱਖ ਪ੍ਰਚਾਰਕ ਹੋ, ਢੀਂਡਾ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਸੀ ਕਿ ਤੁਸੀਂ ਸਿੱਖ ਹੋ, ਸਿੱਖਾਂ ਦੇ ਨੁਮਾਇੰਦੇ ਹੋ, ਤੇ ਅੱਜ ਫੈਸਲਾ ਕੀ ਹੋਇਆ? ਅੱਜ ਕੀ ਜਵਾਬ ਦੇ ਰਹੇ ਨੇ? ਦਾਦੂਵਾਲ ਸਾਹਿਬ ਕਹਿ ਰਹੇ ਨੇ ਕਿ ਸਰਕਾਰ ਨੂੰ ਜਿਹੜੇ ਉਹਨਾਂ ਦੇ ਕਹਿੰਦੇ ਹੁੰਦੇ ਹੈਗੇ ਨਾ ਜੀ ਦੱਸਣ ਵਾਲੇ, ਉਹਨਾਂ ਦੀ ਰਾਇ ਕਰਨ ਵਾਲੇ, ਉਹਨਾਂ ਦੇ ਜਿਹੜੇ ਸ਼ੁਭ ਚਿੰਤਕ ਆ, ਉਹ ਉਹਨਾਂ ਨੂੰ ਗਲਤ ਗਾਈਡ ਕਰ ਰਹੇ ਨੇ। ਤੇ ਅਸੀਂ ਕੀ ਕਹਿ ਰਹੇ ਸੀ? ਅਸੀਂ ਇਹੋ ਹੀ ਕਹਿ ਰਹੇ ਸੀਗੇ ਵੀ ਜਿਹੜੀ ਸ਼੍ਰੋਮਣੀ ਕਮੇਟੀ ਨੂੰ ਤੋੜਨ ਤੇ ਤੁਸੀਂ ਲੱਡੂ ਵੰਡ ਰਹੇ ਹੋ, ਤੁਸੀਂ ਜਸ਼ਨ ਮਨਾ ਰਹੇ ਹੋ, ਇਸ ਗੱਲ ਦੇ ਵਿੱਚ ਹਰਿਆਣੇ ਦੇ ਸਿੱਖਾਂ ਨੂੰ ਇਹ ਗੱਲ ਗੁੰਮਰਾਹ ਕੀਤਾ ਗਿਆ ਕਿ ਤੁਹਾਡੇ ਹੱਕ ਜਿਹੜੇ ਸੀਗੇ ਉਹ ਪਹਿਲਾਂ ਖੋਏ ਹੋਏ ਸੀ, ਅਸੀਂ ਤੁਹਾਨੂੰ ਦਵਾਵਾਂਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ 11 ਮੈਂਬਰ ਚੁਣੇ ਹੋਏ ਸੀ, ਲੋਕਾਂ ਨੇ ਚੁਣੇ ਸੀ ਤੇ ਇੱਥੋਂ ਹਰਿਆਣਾ ਦੀ ਸੰਗਤ ਨੇ ਚੁਣੇ ਸੀ। ਉਸ ਚੋਣ ਨੂੰ ਖਤਮ ਕਰਕੇ ਸਰਕਾਰ ਨੇ ਨਾਮਜ਼ਦ ਕਰਤੇ। ਪਹਿਲਾਂ ਨਾਮਜ਼ਦ ਕੀਤੇ ਕਾਂਗਰਸ ਨੇ, ਠੀਕ ਹੈ ਜੀ, ਹੁੱਡਾ ਸਾਹਿਬ ਨੇ। ਹੁਣ ਹੁੱਡਾ ਸਾਹਿਬ ਦੇ ਬੰਦੇ ਜਿਹੜੇ ਆ ਉਹ ਉਹਨਾਂ ਦਾ ਪ੍ਰਧਾਨ ਬਣਾਉਣਾ ਚਾਹੁੰਦੇ ਸੀ, ਤੇ ਹੁਣ ਜਿਹੜੇ ਆਪਣੇ ਖੱਟਰ ਸਾਹਿਬ ਆ ਉਹਨਾਂ ਦਾ ਪ੍ਰਧਾਨ ਬਣ ਨਹੀਂ ਸੀ ਰਿਹਾ। ਹੁਣ ਦੇਖੋ, ਅਸੀਂ ਇਹੋ ਹੀ ਕਹਿ ਰਹੇ ਸੀ ਕਿ ਸਰਕਾਰ ਸਿੱਧਾ ਦਖਲ ਦੇ ਰਹੀ ਆ, ਜਦੋਂ ਕਿ ਇੱਕ ਲੋਕਤੰਤਰ ਰਾਹੀਂ ਚੁਣੇ ਹੋਏ ਲੋਕ ਜਿਹੜੇ ਆ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ। ਠੀਕ ਹੈ, ਜਦੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੁਬਾਰਾ ਹੁੰਦੀਆਂ ਤੁਸੀਂ ਉਦੋਂ ਕਰਦੇ ਜਾਂ ਜੋ ਮਰਜ਼ੀ ਕਰਦੇ। ਅੱਜ ਇਹ ਗੱਲ ਦਾ ਗੁੱਸਾ ਕੋਈ ਵੀ ਨਾ ਕਰੇ। ਜਿਹੜੇ ਸਾਡੇ ਭਾਰਤੀ ਜਨਤਾ ਪਾਰਟੀ ਵਾਲੇ ਆ, ਅਸੀਂ ਇਹਨਾਂ ਨੂੰ ਕਹਿੰਦੇ ਆ ਤੁਹਾਡਾ ਸਿੱਧਾ ਦਖਲ ਹੈ, ਤੁਸੀਂ ਹੁਣ ਥੋਪ ਰਹੇ ਹੋ, ਤੁਸੀਂ ਸਿੱਖ ਨਹੀਂ ਥੋਪ ਰਹੇ। ਲੇਕਿਨ ਹਰਜੀਤ ਸਿੰਘ ਗਰੇਵਾਲ ਕਹਿ ਰਹੇ ਨੇ ਕਿ ਜੇ ਐਡਹੌਕ ਕਮੇਟੀ ਚੁਣੀ ਜਾਣੀ ਹੈ, ਚੋਣਾਂ ਤੱਕ ਦੇ ਲਈ ਚੁਣੀ ਜਾਣੀ ਹੈ, ਤਾਂ ਫਿਰ ਕੰਟਰੋਲ ਹਰਿਆਣਾ ਸਰਕਾਰ ਦੇ ਹੱਥ 'ਚ ਕਿਵੇਂ ਹੋਏਗਾ? ਇਹਨਾਂ ਚੁਣੀ ਹੋਈ ਸੀ, ਉਹ ਕਿਹਨੇ ਚੁਣੀ ਸੀ? ਉਹ ਵੀ ਸਰਕਾਰ ਨੇ ਚੁਣੀ ਸੀ, ਉਹ ਪ੍ਰਵਾਨ ਕਿਉਂ ਨਹੀਂ? ਹੁਣ ਬਦਲਿਆ ਕਿਉਂ ਜਾ ਰਿਹਾ? ਕਿਉਂਕਿ ਰੌਲਾ ਪੈ ਗਿਆ। ਉੱਥੇ ਪ੍ਰਧਾਨ ਜਿਹੜਾ ਵਾ ਨਹੀਂ ਬਣਦਾ ਖੱਟਰ ਸਾਹਿਬ ਦਾ,
ਵੋਟਾਂ ਆ ਰਹੀਆਂ ਨੇ। ਅਸੀਂ ਪਹਿਲਾਂ ਵੀ ਇਹ ਬੇਨਤੀ ਕਰਦੇ ਸੀ ਕਿ ਸਿੱਖਾਂ ਦੇ ਗੁਰਦੁਆਰਾ ਦੇ ਪ੍ਰਬੰਧ ਨੂੰ ਲੈ ਕੇ ਵੋਟਾਂ ਨਾਲ ਨਾਪ ਤੋਲ ਨਾ ਕਰੋ। ਇਹ ਗੱਲ ਮਾੜੀ ਆ, ਇਹ ਬੜੀ ਖਤਰਨਾਕ ਆ। ਤੁਸੀਂ ਮੈਨੂੰ ਦੱਸੋ ਕਿ ਗਰੇਵਾਲ ਸਾਹਿਬ ਸਿਆਣੇ ਨੇ, ਸਿੱਖ ਸਿਧਾਂਤਾਂ ਨੂੰ ਸਮਝਦੇ ਨੇ, ਉੱਥੇ ਪੈਟਰਨ ਲਾਇਆ ਜਾ ਰਿਹਾ। ਦਾਦੂਵਾਲ ਸਾਹਿਬ ਨੇ ਓਪਨਲੀ ਤੁਹਾਡੀ ਚੈਨਲ ਤੇ ਡਿਬੇਟ 'ਚ ਉਹਨਾਂ ਨੇ ਕਹਿਤਾ ਕਿ ਪੈਟਰਨ ਮਤਲਬ ਸਰਪ੍ਰਸਤ, ਕਿਸੇ ਵੀ ਗੁਰਦੁਆਰਾ ਦੇ ਪ੍ਰਬੰਧਾਂ ਦਾ ਸਰਪ੍ਰਸਤ ਕੋਈ ਬੰਦਾ ਨਹੀਂ ਹੋ ਸਕਦਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਪ੍ਰਸਤ ਨੇ ਸਾਡੇ। ਤੇ ਇਹ ਕੀ ਗੱਲ ਹੁਣ ਇਹਨਾਂ ਦੇ ਜਿਹੜੇ ਸਲਾਹਕਾਰ ਆ ਉਹ ਹੁਣ ਇੱਥੇ ਗੁਰੂ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਦੀ ਕਹਿੰਦੇ ਉਹਨਾਂ ਦੀ ਜਿਹੜੀ ਸਨਮਾਨ ਨੂੰ ਲਾਂਭੇ ਕਰਕੇ ਇੱਕ ਬੰਦੇ ਨੂੰ ਸਰਪ੍ਰਸਤ ਲਾਉਣਗੇ ਜੀ। ਇਹ ਗੱਲਾਂ ਗਰੇਵਾਲ ਜੀ ਸਾਡੇ ਨਾਲ ਬਲਜੀਤ ਸਿੰਘ ਦਾਦੂਵਾਲ ਜੀ ਵੀ ਜੁੜ ਗਏ ਨੇ। ਦਾਦੂਵਾਲ ਜੀ, ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਤੁਸੀਂ ਕਿਵੇਂ ਦੇਖਦੇ ਹੋ ਇਸ ਸਭ ਨੂੰ? ਹਰਿਆਣਾ SGMC ਐਕਟ ਨੂੰ ਲੈ ਕੇ ਜਿਹੜਾ ਆਰਡੀਨੈਂਸ ਜਾਰੀ ਹੋਇਆ, ਐਡਹੌਕ ਕਮੇਟੀ ਹਰਿਆਣਾ ਸਰਕਾਰ ਚੁਣੇਗੀ, ਹਰਿਆਣਾ ਸਰਕਾਰ ਦਾ ਸਿੱਧਾ ਕੰਟਰੋਲ ਹੈ SGPC ਦੇ ਵੱਲੋਂ ਕਿਹਾ ਜਾ ਰਿਹਾ। ਸਾਡੇ ਨਾਲ ਗੁਰਚਰਨ ਸਿੰਘ ਗਰੇਵਾਲ ਵੀ ਜੁੜੇ ਹੋਏ ਨੇ। ਉਹ ਕਹਿ ਰਹੇ ਨੇ ਕਿ BJP ਸਿੱਧਾ ਦਖਲ ਦੇ ਰਹੀ ਹੈ, ਆਪਣਾ ਪ੍ਰਧਾਨ ਲਾਉਣਾ ਚਾਹੁੰਦੀ ਹੈ। ਤੇ ਦੂਸਰੇ ਪਾਸੇ SGPC ਪ੍ਰਧਾਨ ਨੇ ਅਪੀਲ ਵੀ ਕੀਤੀ ਹੈ ਕਿ ਅਜੇ ਵੀ ਕੁਝ ਨਹੀਂ ਵਿਗੜਿਆ, ਅਕਾਲ ਤਖਤ ਦੀ ਸ਼ਰਨ 'ਚ ਆ ਜਾਓ। ਤੁਹਾਨੂੰ ਵੀ ਅਪੀਲ ਕੀਤੀ ਹੈ, ਝੀਂਡਾ ਸਾਹਿਬ ਨੂੰ ਵੀ ਅਪੀਲ ਕੀਤੀ ਹੈ। ਤੁਸੀਂ ਇਸ ਸਭ ਨੂੰ ਕਿਵੇਂ ਦੇਖ ਰਹੇ ਹੋ? ਦੇਖੋ, ਸਭ ਤੋਂ ਪਹਿਲੀ ਗੱਲ ਤੇ ਇਹ ਹੈ ਕਿ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਸਿੱਖ ਹਾਂ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਸਿੱਖ ਹਾਂ। ਪ੍ਰਬੰਧਾਂ ਨੂੰ ਜੇ ਹਰਿਆਣੇ ਦੇ ਸਿੱਖ ਕਰ ਲੈਣ, ਚਾਹੇ ਰਾਜਸਥਾਨ ਦੇ ਕਰ ਲੈਣ, ਚਾਹੇ ਪੰਜਾਬ ਦੇ ਕਰ ਲੈਣ, ਆਪੋ ਆਪਣੀ ਸਟੇਟ ਦਾ ਪ੍ਰਬੰਧ, ਇਹਦੇ ਨਾਲ ਕੋਈ ਇਹ ਨਹੀਂ ਹੈ ਕਿ ਕੋਈ ਅਕਾਲ ਤਖਤ ਦੀ ਸ਼ਰਨ ਤੋਂ ਪਰੇ ਚਲੇ ਗਿਆ ਜਾਂ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਤੋਂ ਪਰੇ ਚਲੇ ਗਿਆ ਜੀ। ਹਰਿਆਣਾ ਸਰਕਾਰ ਨੇ ਪ੍ਰਬੰਧ ਹਰਿਆਣੇ ਦੇ ਸਿੱਖਾਂ ਨੂੰ ਹੀ ਦਿੱਤਾ, ਜਾਂ ਮਾਨਯੋਗ ਸੁਪਰੀਮ ਕੋਰਟ ਨੇ ਵੀ ਕਾਨੂੰਨੀ ਮਾਨਤਾ ਹਰਿਆਣਾ ਕਮੇਟੀ ਨੂੰ ਦੇ ਕੇ ਹਰਿਆਣੇ ਦੇ ਸਿੱਖਾਂ ਨੂੰ ਹੀ ਪ੍ਰਬੰਧ ਦਿੱਤਾ, ਨਾ ਕਿ ਗੈਰ ਸਿੱਖਾਂ ਨੂੰ ਦਿੱਤਾ। ਜਿੱਥੋਂ ਤੱਕ ਐਡਹੌਕ ਕਮੇਟੀ ਦੀ ਗੱਲ ਕਿਹਾ ਜਾ ਰਿਹਾ ਕਿ BJP ਆਪਣਾ ਪ੍ਰਬੰਧ ਕਰਨਾ ਚਾਹੁੰਦੀ ਐਡਹੌਕ ਕਮੇਟੀ ਲਾ ਕੇ, ਇਹ ਤਾਂ ਕਾਂਗਰਸ ਨੇ ਕਮੇਟੀ ਬਣਾਈ ਸੀ ਜਦੋਂ ਕਾਂਗਰਸ ਸਰਕਾਰ ਸੀ। ਤੇ ਐਡਹੌਕ ਕਮੇਟੀ ਤਾਂ ਉਦੋਂ ਵੀ 18 ਮਹੀਨਿਆਂ ਵਾਸਤੇ ਬਣਾਈ ਗਈ ਸੀ। 18 ਮਹੀਨਿਆਂ ਬਾਅਦ ਉਹਨਾਂ ਨੇ ਇਲੈਕਸ਼ਨ ਕਰਵਾ ਕੇ ਤੇ ਜਿਹੜੇ ਚੁਣੇ ਸੰਗਤਾਂ ਦੇ ਮੈਂਬਰ ਆਣੇ ਸੀ ਉਹਨਾਂ ਨੂੰ ਪ੍ਰਬੰਧ ਟੇਕ ਓਵਰ ਕਰ ਦੇਣਾ ਸੀਗਾ। ਪਰ ਉਹ ਮਾਮਲਾ ਸੁਪਰੀਮ ਕੋਰਟ 'ਚ ਚਲੇ ਗਿਆ, ਇਸ ਕਰਕੇ ਉਹ 18 ਮਹੀਨਿਆਂ ਵਾਲੀ ਕਮੇਟੀ 8 ਸਾਲ ਚੱਲਦੀ ਰਹੀ। ਹੁਣ ਫੈਸਲਾ ਆ ਗਿਆ ਸੁਪਰੀਮ ਕੋਰਟ ਦਾ, ਤਾਂ ਹੁਣ ਇਹ ਜਿਹੜੀ ਹੈਗਾ ਵਾ ਨਵੀਂ ਐਡਹੌਕ ਜਿਹੜੀ ਆ ਉਹ ਹਰਿਆਣਾ ਸਰਕਾਰ ਵੱਲੋਂ ਚੁਣੀ ਜਾਣੀ ਆ। ਹਰਿਆਣੇ ਦੇ ਸਿੱਖ ਹੀ ਚੁਣੇ ਜਾਣੇ ਆ, ਨਾ ਕਿ ਕੋਈ ਗੈਰ ਸਿੱਖ ਚੁਣੇ ਜਾਣੇ ਆ। ਜਿੱਥੋਂ ਤੱਕ ਪੈਟਰਨ ਵਾਲੀ ਗੱਲ ਆ, ਉਹ ਸਲਾਹ ਕਿਹਨੇ ਦਿੱਤੀ ਹੈ ਸਰਕਾਰ ਨੂੰ, ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਹੈ। ਪਰ ਅਸੀਂ ਸਨਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਗੱਲਬਾਤ ਕਰਕੇ ਉਹਦੇ ਬਾਰੇ ਜ਼ਰੂਰ ਡਿਸਕਸ ਕਰਾਂਗੇ। ਔਰ ਮੈਂ ਆਪ ਖੁਦ ਕਹਿ ਚੁੱਕਿਆ, ਤੁਹਾਡੇ TV ਚੈਨਲ ਤੇ ਰਾਤ ਵੀ ਕਹਿ ਚੁੱਕਿਆ ਕਿ ਪੈਟਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੁੰਦੇ ਆ ਕਮੇਟੀ ਦੇ। ਦਿੱਲੀ ਕਮੇਟੀ ਹੈ, SGPC ਹੈ ਤੇ ਹਰਿਆਣਾ ਕਮੇਟੀ ਹੈ। ਗੁਰੂ ਘਰਾਂ ਦੇ ਪ੍ਰਬੰਧ ਦੇ ਜਿਹੜੇ ਆ ਪ੍ਰਬੰਧਕ ਕਮੇਟੀ ਦੇ ਉੱਪਰ ਪੈਟਰਨ ਜਿਹੜੇ ਆ ਉਹ ਗੁਰੂ ਗ੍ਰੰਥ ਸਾਹਿਬ ਕੋਈ ਵਿਅਕਤੀ ਨਹੀਂ ਹੋ ਸਕਦਾ। ਮੈਨੂੰ ਗੁਰਮਰਿਆਦਾ ਪਹਿਲਾਂ ਆ, ਮੈਂ ਗੁਰੂ ਦਾ ਸਿੱਖੀ ਦਾ ਪ੍ਰਚਾਰਕ ਹਾਂ, ਸਿਧਾਂਤਾਂ ਦਾ ਪ੍ਰਚਾਰਕ ਪਿਛਲੇ 27 ਸਾਲਾਂ ਤੋਂ। ਇਸ ਗੱਲ ਦੇ ਨਾਲ ਸਹਿਮਤ ਨਹੀਂ ਹੈ ਇਹ ਕਿਸ ਤਰ੍ਹਾਂ ਲਾਏ ਗਏ, ਇਹ ਤਾਂ ਵਧੀਆ। ਪਰ ਮੈਂ ਇੱਕ ਗੱਲ ਜ਼ਰੂਰ ਕਹਿ ਸਕਦਾ ਕਿ ਜੇ ਮੈਨੂੰ ਕਿਹਾ ਜਾਵੇ ਕਿ ਤੁਸੀਂ ਪੈਟਰਨ ਲੈ ਲਓ, ਮੈਂ ਸਾਰੀਆਂ ਚੀਜ਼ਾਂ ਛੱਡ ਸਕਦਾ ਪਰ ਗੁਰੂ ਦਾ ਸਿਧਾਂਤ ਨਹੀਂ ਛੱਡ ਸਕਦਾ। ਮੈਂ ਕਿਸੇ ਵੀ ਕੀਮਤ ਤੇ ਪੈਟਰਨ ਨਹੀਂ ਬਣਾਂਗਾ। ਬਹੁਤ ਸਾਰੇ ਕਹਿ ਰਹੇ ਨੇ ਕਿ ਦਾਦੂਵਾਲ ਨੂੰ ਪੈਟਰਨ ਲਾਉਣ ਵਾਸਤੇ ਹਰਿਆਣਾ ਸਰਕਾਰ ਨੇ ਪੈਟਰਨ ਦਾ ਜਿਹੜਾ ਅਮੈਂਡਮੈਂਟ ਕੀਤੀ ਹੈ। ਸੋ ਇਸ ਕਾਰਨ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਇਹਦੇ ਬਾਰੇ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਾਂਗੇ। ਜੇ 2 ਸਾਲਾਂ ਤੋਂ ਪ੍ਰਬੰਧ ਕਰ ਰਹੇ ਹਾਂ, ਪਿਛਲੇ 2 ਸਾਲ ਭਾਵੇਂ ਪ੍ਰਬੰਧ ਛੋਟਾ ਹੀ ਸੀ ਕੁਝ ਗੁਰਦੁਆਰਿਆਂ ਦਾ, ਪਰ ਕਦੇ ਵੀ ਹਰਿਆਣਾ ਸਰਕਾਰ ਨੇ ਸਾਡੇ ਪ੍ਰਬੰਧ ਵਿੱਚ ਦਖਲ ਨਹੀਂ ਦਿੱਤਾ। ਜੋ ਅਸੀਂ ਪਰ ਕਦ ਨੇ ਉਸ ਤੇ ਦਖਲ ਜੋ ਲੇਕਿਨ ਹੁਣ ਜਦੋਂ ਸੁਪਰੀਮ ਕੋਰਟ ਦੇ ਵੱਲੋਂ ਐਕਟ ਨੂੰ ਮਾਨਤਾ ਬਰਕਰਾਰ ਰੱਖੀ ਗਈ ਹੈ ਤਾਂ ਉਸ ਤੋਂ ਬਾਅਦ ਕੀ ਉਹ ਦਖਲ ਹੋ ਸਕਦਾ ਹੈ? ਇਸ ਨੂੰ ਲੈ ਕੇ ਜ਼ਰੂਰ ਇਤਰਾਜ਼ ਜਤਾਇਆ ਜਾ ਰਿਹਾ, ਜੋ ਕਹਿ ਰਹੇ ਨੇ ਕਿ ਜੋ ਆਰਡੀਨੈਂਸ ਆਇਆ ਹੈ ਉਸ ਦੇ ਨਾਲ ਹੁਣ ਸਿੱਧੀ ਦਖਲ ਅੰਦਾਜ਼ੀ ਹੋ ਗਈ ਹੈ। ਹੁਣ ਜੇ ਮਾਨਤਾ ਬਰਕਰਾਰ ਰੱਖੀ ਗਈ ਹੈ ਤਾਂ BJP ਚਾਹੁੰਦੀ ਹੈ ਕਿ ਉਹਨਾਂ ਦਾ ਪ੍ਰਧਾਨ ਲੱਗੇ। ਨਹੀਂ, ਦੇਖੋ, ਜੇ ਤਾਂ ਅਜੇ ਤੱਕ ਕੋਈ ਇਸ ਤਰ੍ਹਾਂ ਦੀ ਗੱਲ ਸਾਹਮਣੇ ਨਹੀਂ, ਮੈਂਬਰ ਕੌਣ ਹੋਣਗੇ ਕੌਣ ਨਹੀਂ, ਪੁਰਾਣੇ ਹੋਣਗੇ ਨਵੇਂ ਹੋਣਗੇ, ਇਹਦੇ ਤੇ ਤਾਂ ਅਜੇ ਕੋਈ ਡਿਸਕਸ ਹੀ ਨਹੀਂ ਹੋਈ। ਇੱਕ ਅੱਧੇ ਦਿਨ ਤੇ ਜਦੋਂ ਡਿਸਕਸ ਹੋਏਗੀ ਉਦੋਂ ਪਤਾ ਲੱਗੇਗਾ ਵੀ ਕੌਣ ਪੁਰਾਣੇ ਮੈਂਬਰਾਂ ਚੋਂ ਕਿੰਨੇ, ਜਾਂ ਪੁਰਾਣੇ ਸਾਰੇ ਰੱਖਣੇ ਆ, ਨਵੇਂ ਰੱਖਣੇ ਆ, ਜਾਂ ਕੌਣ ਪ੍ਰਧਾਨ। ਪ੍ਰਧਾਨ ਸਰਕਾਰ ਨੇ ਤਾਂ 41 ਮੈਂਬਰ ਲਾਣੇ ਆ, ਪ੍ਰਧਾਨ ਤਾਂ 41 ਮੈਂਬਰਾਂ ਨੇ ਚੁਣਨਾ ਆਪਣਾ, ਜਿਵੇਂ ਪਹਿਲਾਂ ਚੁਣਿਆ ਗਿਆ ਸੀਗਾ। ਪਹਿਲਾਂ ਵੀ ਜਦੋਂ 2014 ਚ ਐਡਹੌਕ ਕਮੇਟੀ ਬਣੀ ਸੀ ਤਾਂ ਸਰਕਾਰ ਨੇ 41 ਮੈਂਬਰ ਜਿਹੜੇ ਨੋਮੀਨੇਟ ਕੀਤੇ ਸੀ, ਉਹਨਾਂ 41 ਮੈਂਬਰਾਂ ਨੇ ਇਕੱਠੇ ਹੋ ਕੇ ਆਪਣੇ ਪ੍ਰਧਾਨ, ਜਨਰਲ ਸੈਕਟਰੀ ਜਾਂ ਹੋਰ ਅਹੁਦੇਦਾਰ ਚੁਣੇ ਸੀਗੇ। ਹੁਣ ਵੀ ਸਾਨੂੰ ਜਿੱਥੋਂ ਤੱਕ ਪੂਰੀ ਆਸ ਆ
ਕਿ ਹਰਿਆਣਾ ਸਰਕਾਰ ਨੇ ਤਾਂ 41 ਮੈਂਬਰ ਹੀ ਚੁਣਨੇ ਆ। ਇਹ 41 ਮੈਂਬਰਾਂ ਨੇ ਹੀ ਆਪਣੇ ਪ੍ਰਧਾਨ, ਮੀਤ ਪ੍ਰਧਾਨ ਜਿਹੜੇ ਆ ਸਾਰੇ ਅਹੁਦੇਦਾਰ ਚੁਣਨੇ ਆ। ਬਾਕੀ ਜਿਹੜੀ ਪੈਟਰਨ ਵਾਲੀ ਗੱਲ ਆ ਉਹਦੇ ਤੇ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਜ਼ਰੂਰ ਡਿਸਕਸ ਕਰਾਂਗਾ ਕਿ ਇਹ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਨਵਾਂ, ਜਿਹੜੀ ਇੱਕ ਨਵੀਂ ਪੋਸਟ ਆ, ਜਿਹੜੀ ਨਵਾਂ ਅਹੁਦਾ ਹੈ ਜਿਹੜਾ ਕ੍ਰੀਏਟ ਹੋਇਆ। ਸਾਡੇ ਨਾਲ ਹਰਜੀਤ ਸਿੰਘ ਗਰੇਵਾਲ ਵੀ ਜੁੜੇ ਹੋਏ ਨੇ ਬੀਜੇਪੀ ਤੋਂ। ਗਰੇਵਾਲ ਜੀ, ਤੁਸੀਂ ਕੀ ਕਹਿਣਾ ਚਾਹੋਗੇ, ਕਿਉਂਕਿ ਇਸ ਤੋਂ ਪਹਿਲਾਂ ਗੁਰਚਰਨ ਸਿੰਘ ਗਰੇਵਾਲ ਸਾਡੇ ਨਾਲ ਜੁੜੇ ਹੋਏ ਨੇ। ਉਹਨਾਂ ਦਾ ਕਹਿਣਾ ਹੈ ਕਿ ਬੀਜੇਪੀ ਅਸਲ ਦੇ ਵਿੱਚ ਸਿੱਧਾ ਦਖਲ ਹੁਣ ਦੇ ਰਹੀ ਹੈ, ਬੀਜੇਪੀ ਚਾਹੁੰਦੀ ਹੈ ਕਿ ਉਹਨਾਂ ਦਾ ਪ੍ਰਧਾਨ ਲੱਗੇ। ਦੇਖੋ, ਇਹ ਮਾਨਯੋਗ ਸੁਪਰੀਮ ਕੋਰਟ ਨੇ ਆਦੇਸ਼ ਦਿੱਤੇ ਆ, ਜਾਂ ਤਾਂ ਸਾਨੂੰ ਇਹ ਕਹਿ ਦੇਣ ਸਰਕਾਰ ਨੂੰ ਕਿ ਤੁਸੀਂ ਮਾਨਯੋਗ ਅਦਾਲਤਾਂ ਦੇ ਆਦੇਸ਼ ਵੀ ਨਾ ਮੰਨੋ, ਤਾਂ ਇਹ ਵਿਵਸਥਾ ਕਿਸ ਤਰ੍ਹਾਂ ਚੱਲੇਗੀ? ਲੋਕਤਾਂਤਰਿਕ ਵਿਵਸਥਾ 'ਚ ਨਿਆਂਪਾਲਿਕਾ ਵੀ ਪਿਲਰ ਆ ਡੈਮੋਕ੍ਰੇਸੀ ਦਾ, ਇਹ ਕਦੀ ਚੱਲਦੀ। ਇਸੇ ਤਰ੍ਹਾਂ ਮੀਡੀਆ ਵੀ ਪਿਲਰ ਹੈ। ਤੇ ਮੈਂ ਇਹ ਸਮਝਦਾ ਕਿ ਇਹ ਸੁਪਰੀਮ ਕੋਰਟ ਦੇ ਵਿੱਚ ਜੋ ਫੈਸਲਾ ਆਇਆ ਉਸ ਦੇ ਮੁਤਾਬਕ ਹੀ ਸਭ ਹੋ ਰਿਹਾ। ਆ ਦਾਦੂਵਾਲ ਜੀ ਨੇ ਜਿਹੜੀ ਗੱਲ ਕਹੀ ਹੈ ਉਹਨਾਂ ਦੀ ਬੜੀ ਜਾਇਜ਼ ਗੱਲ ਆ। ਉਹ ਸਰਕਾਰ ਦੇ ਧਿਆਨ ਲਿਆ ਦੇਣਗੇ ਤਾਂ ਨਿਸ਼ਚਿਤ ਆ ਕਿ ਉਹਦੇ 'ਚ ਜਿਹੜਾ ਉਹ ਸ਼ਬਦ ਹੈਗਾ ਉਹਦੇ ਚੇਂਜ ਹੋ ਜਾਏਗੀ ਤੇ ਪ੍ਰਧਾਨ ਬਣਨਾ ਹੀ ਆ। ਪ੍ਰਧਾਨ ਜਿਹੜੇ ਸਿੱਖਾਂ 'ਚੋਂ ਚੁਣਿਆ ਜਾਣਾ, ਹਰਿਆਣਾ ਦੇ ਸਿੱਖਾਂ ਨਹੀਂ ਚੁਣਨਾ, ਹਰਿਆਣਾ ਦੇ ਸਿੱਖ ਹੀ ਬਣਨੇ ਆ। ਕੋਈ ਬਾਹਰੋਂ ਲਿਆ ਕੇ ਬੀਜੇਪੀ ਕਿਸੇ ਨੂੰ ਨਹੀਂ ਬਣਾ ਰਹੀ, ਠੀਕ ਹੈ ਨਾ ਗੱਲ। ਤੇ ਅਸੀਂ ਕਿਸੇ ਦੇ ਵੀ ਧਾਰਮਿਕ ਮਾਮਲਿਆਂ 'ਚ ਕੋਈ ਦਖਲ ਨਹੀਂ ਦਿੰਦੇ, ਕਿਸੇ ਵੀ ਧਰਮ ਦੇ। ਤੇ ਨਾ ਅਸੀਂ ਚੋਣਾਂ ਲੜਨੀਆਂ ਨੇ, ਨਾ ਲੜਵਾਉਣੀਆਂ ਨੇ ਬੀਜੇਪੀ ਨੇ, ਨਾ ਹਰਿਆਣਾ 'ਚ ਲੜਵਾਉਣੀਆਂ ਨੇ, ਨਾ ਪੰਜਾਬ 'ਚ। ਅਸੀਂ ਇਹਨਾਂ ਚੱਕਰਾਂ 'ਚ ਨਹੀਂ ਪੈਂਦੇ ਹੈਗੇ। ਤੇ ਅੱਜ ਵੀ ਜੇ ਪੰਜਾਬ 'ਚ ਵੀ ਕੋਈ ਗੱਲ ਹੋ ਰਹੀ ਹੈ, ਅਸੀਂ ਸਿੱਧਾ ਕਹਿ ਦਿੰਦੇ ਹਾਂ ਵੀ ਸਾਡਾ ਕੋਈ ਦਖਲ ਨਹੀਂ ਇਹਨਾਂ ਚੋਣਾਂ 'ਚ, ਤੇ ਅਸੀਂ ਬਿਲਕੁਲ ਨਹੀਂ ਕਰਨਾ। ਤੇ ਇਸ ਕਰਕੇ ਮੈਂ ਇਹ ਸਮਝਦਾ ਕਿ ਐਵੇਂ ਬਿਨਾਂ ਗੱਲਬਾਤ ਤੋਂ ਹੀ ਸਰਕਾਰ ਤੇ ਲਾਣਾ, ਤੇ ਇਹ ਤਾਂ ਮੈਂ ਸਰਦਾਰ ਗੁਰਚਰਨ ਸਿੰਘ ਗਰੇਵਾਲ ਉਹਨਾਂ ਨੂੰ ਵੀ ਕਹੂੰਗਾ, ਇਹ ਸਾਰੇ ਮਿਲ ਕੇ ਚੀਫ ਮਿਨਿਸਟਰ ਹਰਿਆਣਾ ਨਾਲ ਗੱਲ ਕਰ ਸਕਦੇ ਜੇ ਇਹਨਾਂ ਨੂੰ ਕੋਈ ਗੱਲ ਲੱਗਦੀ ਹੈ ਇਸ ਤਰ੍ਹਾਂ ਦੀ। ਦਾਦੂਵਾਲ ਜੀ ਵੀ ਗੱਲ ਕਰ ਸਕਦੇ ਆ, ਸਾਰਿਆਂ ਦੀ ਗੱਲ ਸੁਣਦੇ ਆ। ਤੇ ਕੋਈ ਇੱਕ ਕਹਿ ਦੇ ਕਿ ਸਾਡੀ ਗੱਲ ਬੀਜੇਪੀ ਨੇ ਨਹੀਂ ਸੁਣੀ। ਬੀਜੇਪੀ ਨੂੰ ਗੁਰਦੁਆਰਿਆਂ ਦੇ ਕੰਟਰੋਲ ਦੇ ਅੰਦਰ, ਉਹਦੇ ਪ੍ਰਬੰਧਾਂ ਦੇ ਅੰਦਰ ਕੋਈ ਦਿਲਚਸਪੀ ਨਹੀਂ। ਸਿੱਖੀ ਆਪਦਾ ਪ੍ਰਬੰਧ ਚਲਾਉਣਗੇ। ਸਿੱਖਾਂ ਨੇ ਸੇਵਾ ਤੇ ਸਿਮਰਨ ਦਾ ਸਿਧਾਂਤ ਆ ਜਿਹੜਾ ਗੁਰੂ ਸਾਹਿਬ ਨੇ ਦਿੱਤਾ, ਉਸੇ ਨੂੰ ਲੈ ਕੇ ਸਿੱਖ ਕੰਮ ਕਰਦੇ ਆ। ਅਸੀਂ ਐਵੇਂ ਹੀ ਇਹ ਰੌਲੇ ਪਾ ਕੇ ਆਪਣੇ ਆਪ ਨੂੰ ਹੀ ਬਦਨਾਮ ਕਰਨ 'ਚ ਲੱਗੇ ਹੋਏ ਕਿ ਗੁਰਦੁਆਰਿਆਂ ਲਈ ਅਸੀਂ ਲੜਾਈਆਂ ਲੜਦੇ ਹਾਂ, ਪ੍ਰਬੰਧਾਂ ਲਈ। ਕਾਹਦੀ ਲੜਾਈ ਹੈ? ਕੁਛ ਵੀ ਨਹੀਂ ਹੈ। ਦਾਦੂਵਾਲ ਜੀ ਨੇ ਬਹੁਤ ਵਧੀਆ ਕੰਮ ਚਲਾਇਆ ਹਰਿਆਣਾ 'ਚ ਪਹਿਲਾਂ, ਤੇ ਕੋਈ ਐਸੀ ਗੱਲ ਨਹੀਂ ਸੀ। ਹੁਣ ਨਵਾਂ ਪ੍ਰਬੰਧ ਆ ਜਾਏਗਾ, ਉਹਦੇ 'ਚ ਵੀ ਇਸ ਮੁੱਖ ਮੰਤਰੀ ਨੂੰ ਮਿਲ ਕੇ ਗੱਲਬਾਤ ਦੱਸਣਗੇ ਵੀ ਸਿੱਖ ਸਿਧਾਂਤਾਂ ਦੇ ਮੁਤਾਬਕ ਆ ਜਿਹੜਾ ਸ਼ਬਦ ਹੈ ਇਹ ਠੀਕ ਨਹੀਂ ਹੈ, ਉਹ ਠੀਕ ਹੋ ਜਾਏਗਾ। ਜੀ ਗੁਰਚਰਨ ਸਿੰਘ ਗਰੇਵਾਲ ਜੀ, ਤੁਸੀਂ ਦੋਵਾਂ ਪਾਸਿਆਂ ਤੋਂ ਗੱਲਬਾਤ ਸੁਣੀ ਹੈ। ਬਲਜੀਤ ਸਿੰਘ ਦਾਦੂਵਾਲ ਜੋ ਕਹਿ ਰਹੇ ਸੀ, ਤੇ ਹੁਣ ਹਰਜੀਤ ਸਿੰਘ ਗਰੇਵਾਲ ਵੀ ਕਹਿ ਰਹੇ ਨੇ ਕਿ ਅਸੀਂ ਕਿਸੇ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਦਖਲ ਨਹੀਂ ਦਿੰਦੇ। ਹਰਿਆਣਾ ਦੇ ਸਿੱਖ ਹੀ ਚੁਣੇ ਜਾਣੇ ਨੇ ਐਡਹੌਕ ਕਮੇਟੀ ਦੇ ਵਿੱਚ ਹੀ, ਤੇ ਉਸ ਤੋਂ ਬਾਅਦ ਵੀ ਹਰਿਆਣਾ ਦੇ ਸਿੱਖਾਂ ਦੇ ਕੋਲ ਹੀ ਇਹ ਪ੍ਰਬੰਧ ਰਹੇਗਾ। ਦੇਖੋ ਜੀ, ਪਹਿਲਾਂ ਜਿਹੜੀ 1925 ਐਕਟ ਦੇ ਅਧੀਨ ਸ਼੍ਰੋਮਣੀ ਕਮੇਟੀ ਦੇ ਚੋਣ ਹੁੰਦੀ ਆ, ਉਹਦੇ 'ਚ 9 ਜਿਹੜੇ ਸਿੱਖ ਚੁਣੇ ਜਾਂਦੇ ਆ ਉਹ ਹਰਿਆਣੇ ਦੇ ਚੁਣੇ ਜਾਂਦੇ ਆ, ਨਾ ਕਿ ਪਾਕਿਸਤਾਨ ਤੋਂ ਆਉਂਦੇ ਆ ਜੀ। ਇਹ ਗੱਲਾਂ ਸਿਰਫ ਕਰਨ ਵਾਸਤੇ ਆ। ਪਹਿਲਾਂ ਵੀ ਉਹਨਾਂ ਕੋਲ ਹੀ ਪ੍ਰਬੰਧ ਸੀ। ਮੈਂ ਫੇਰ ਬੇਨਤੀ ਕਰਦਾ ਕਿ ਇਹੋ ਜਿਹਾ ਗੁੰਮਰਾਹਕੁਨ ਪ੍ਰਚਾਰ ਨਾ ਕਰੋ ਕਿ ਹਰਿਆਣੇ ਦਾ ਪ੍ਰਬੰਧ ਜਿਹੜਾ ਵਾ ਉਹ ਬਾਹਰ ਸੀ, ਪੈਸਾ ਚਲਾ ਜਾਂਦਾ ਸੀ, ਲੇਖਾ ਜੋਖਾ ਕਰੋ ਤੇ ਪੈਸਾ ਆਉਂਦਾ ਸੀ। ਮੈਂ ਇਹ ਗੱਲ ਕਰਨੀ ਚਾਹੁੰਦਾ। ਗਰੇਵਾਲ ਸਾਹਿਬ ਬੜੇ ਸਿਆਣੇ ਨੇ, ਕਿਉਂਕਿ ਮੈਂ ਪਹਿਲਾਂ ਗੱਲ ਕੀਤੀ ਕਿ ਦੇਖੋ ਪਾਰਟੀ ਦਾ ਪ੍ਰਵਕਤਾ ਵਾ, ਉਹ ਪਾਰਟੀ ਦੇ ਲਾਈਨ ਤੋਂ ਪਾਸੇ ਨਹੀਂ ਜਾ ਸਕਦਾ। ਸੋ ਮੈਂ ਇਹਨਾਂ ਦਾ ਸਤਿਕਾਰ ਕਰਦਾ। ਇਹਨਾਂ ਨੇ ਕਿਹਾ ਕਿ ਲੋਕਤੰਤਰੀ ਢੰਗ ਨਾਲ ਜਾਂ ਨਿਆਂਪਾਲਿਕਾ ਦੇ ਮੁਤਾਬਕ। ਲੋਕਤੰਤਰ ਤਾਂ ਖਤਮ ਹੋ ਗਿਆ ਜੀ। ਚੁਣੇ ਹੋਏ ਲੋਕਾਂ ਨੂੰ ਤੁਸੀਂ ਲਾਂਭੇ ਕਰਤਾ। ਉਸ ਤੋਂ ਬਾਅਦ ਇੱਕ ਕਮੇਟੀ ਬਣਾਈ ਸਰਕਾਰ ਨੇ, ਉਹ ਵੀ ਤੁਹਾਡੇ ਪਸੰਦ ਨਾਲ ਆਈ, ਉਹ ਤੁਸੀਂ ਪਾਸੇ ਕਰਤਾ। ਹੁਣ ਤੁਸੀਂ ਕਹਿੰਦੇ ਹੋ, ਗਰੇਵਾਲ ਸਾਹਿਬ ਕਹਿ ਰਹੇ ਸੀ ਕਿ ਭਾਰਤੀ ਜਨਤਾ ਪਾਰਟੀ ਕਿਸੇ ਵੀ ਤਰ੍ਹਾਂ ਇਹਦੇ ਵਿੱਚ ਦਖਲ ਨਹੀਂ ਦਿੰਦੀ, ਚੋਣਾਂ ਨਾ ਲੜਦੀ ਆ ਨਾ ਲੜਾਉਂਦੀ ਆ, ਲੋੜ ਹੀ ਨਹੀਂ। ਨਾ ਚੋਣਾਂ ਤੁਹਾਨੂੰ ਲੜਨ ਦੀ ਲੋੜ ਆ ਨਾ ਲੜਾਉਣ ਦੀ ਲੋੜ ਆ, ਤੁਸੀਂ ਤਾਂ ਨਾਮਜ਼ਦ ਕਰਕੇ। ਮੈਂ ਇਹ ਗੱਲ ਕਰਦਾ ਹੁਣ ਜਿਹੜੇ ਹੁਣ ਗੱਲ ਹੋ ਰਹੀ ਸੀ ਕਿ ਸਿੱਖ ਹਰਿਆਣੇ ਦੇ ਚੁਣ ਜਾਣੇ, ਵਾਕਈ ਠੀਕ ਆ। ਪਹਿਲਾਂ ਝੀੜਾ ਸਾਹਿਬ ਉਹਨਾਂ ਨੇ ਚੁਣ ਲਏ, ਝੀੜਾ ਸਾਹਿਬ ਦੇ ਪ੍ਰਧਾਨਗੀ ਹੇਠ, ਤੇ ਹੁਣ ਦਾਦੂਵਾਲ ਸਾਹਿਬ ਦੀ ਪ੍ਰਧਾਨਗੀ ਹੇਠ ਚੁਣ ਲੈਣਗੇ। ਇੱਥੇ ਕੋਈ ਲੋਕਤੰਤਰ ਤਾਂ ਨਾ ਹੋਇਆ ਜੀ। ਹੁਣ ਕਹਿੰਦੇ ਜੀ 41 ਬੰਦੇ ਚੁਣੇ ਜਾਣੇ ਆ, 41 ਸਿੱਖ ਚੁਣੇ ਜਾਣ, ਤੇ 41 ਸਿੱਖ ਜਿਨ੍ਹਾਂ ਨੂੰ ਕਹਿੰਦੇ ਆ ਨਜ਼ਰ ਸਵੱਲੀ ਹੋਊਗੀ ਜਿਨ੍ਹਾਂ ਤੇ ਖੱਟਰ ਸਾਹਿਬ ਦੀ, ਉਹੀ ਚੁਣੇ ਜਾਣਗੇ। ਜਿਨ੍ਹਾਂ ਨੂੰ ਦਾਦੂਵਾਲ ਸਾਹਿਬ ਕਹਿਣਗੇ ਉਹੀ ਚੁਣੇ ਜਾਣਗੇ। ਸੋ ਮਤਲਬ ਇਹਦਾ ਇਹੀ ਆ ਕਿ ਤੁਸੀਂ ਤਾਂ ਥੋਪ ਦਿੱਤੇ, ਇਹਨੂੰ ਥੋਪਣ ਦੀ ਗੱਲ ਹੋਈ ਆ। ਹੁਣ ਦਾਦੂਵਾਲ ਸਾਹਿਬ ਨੇ ਇਹਦੇ ਵਿੱਚ ਆਪ ਹੀ ਜ਼ਿਕਰ ਕਰਤਾ ਵੀ ਕੀ ਦਾਦੂਵਾਲ ਸਾਹਿਬ ਦੀ ਰਾਏ ਨਾਲ ਹੋ ਰਿਹਾ ਸਾਰਾ ਕੁਝ। ਜੇ ਪੈਟਰਨ ਦੀ ਗੱਲ ਆ, ਕਿੱਡਾ ਵਧੀਆ ਗੱਲ ਕੀਤਾ, ਮੈਂ ਸਤਿਕਾਰ ਕਰਨਾ। ਕਿਉਂਕਿ ਫਿਰ ਵੀ ਕਿਵੇਂ ਵੀ ਹੈ, ਜੋ ਮਰਜ਼ੀ ਹੋਵੇ, ਪਰ ਸਿੱਖ ਪ੍ਰਚਾਰਕ ਨੇ ਉਹ ਇਸ ਸਿਧਾਂਤ ਨੂੰ ਸਮਝਦੇ ਨੇ। ਸੋ ਇਹ ਗੱਲਾਂ ਹਾਲੇ ਤਾਂ ਕਹਿੰਦੇ ਕੋਹ ਨਾ ਚੱਲੀ ਬਾਬਾ ਧਿਆਈ, ਹਾਲੇ ਤਾਂ ਅਸੀਂ ਬਣਾਈ ਵੀ ਨਹੀਂ ਗਈ ਕਮੇਟੀ ਦੇ, ਪਹਿਲੇ ਹੀ ਇਸ ਗੱਲ ਦਾ ਰੌਲਾ ਪਿਆ
ਉਦੋਂ ਪਹਿਲਾਂ ਜੋ ਕੁਛ ਹੋਇਆ 3-4 ਪ੍ਰਧਾਨ ਬਣ ਗਏ, ਇੱਕ ਦੂਜੇ ਨੂੰ ਰੁਪਏ ਪਾਈ ਜਾਂਦੇ ਆ। ਦੇਖੋ ਇਹ ਸਿੱਖਾਂ ਨੂੰ ਲੜਾਉਣ ਦਾ ਮਸਲਾ ਬਣ ਗਿਆ। ਸਿੱਖ ਕਮਜ਼ੋਰ ਹੋ ਰਹੇ ਨੇ, ਸਿੱਖਾਂ ਦੀ ਸ਼ਕਤੀ ਜਿਹੜੀ ਆ ਉਹ ਕਮਜ਼ੋਰ ਕੀਤੀ ਜਾ ਰਹੀ ਆ ਸਾਜ਼ੀ ਢੰਗ ਨਾਲ। ਇਸ ਫੈਸਲੇ ਤੋਂ ਬਾਅਦ ਸਿੱਖਾਂ ਦੇ ਅੰਦਰ ਇੱਕ ਰੋਹ ਪੈਦਾ ਹੋਏਗਾ। ਮੈਂ ਬੇਨਤੀ ਕਰਦਾ ਕਿ ਨਾ ਗਰੇਵਾਲ ਸਾਹਿਬ ਨੂੰ, ਹਰਜੀਤ ਸਿੰਘ ਗਰੇਵਾਲ ਜੀ ਨੂੰ, ਬੀਜੇਪੀ ਇਸ ਰੋਹ ਦਾ ਜਿਵੇਂ ਕਹਿੰਦੇ ਹੁੰਦੇ ਆ ਨੈਗੇਟਿਵਿਟੀ ਨਾ ਲਵੇ, ਜਦੋਂ ਕਿ ਇਹ ਬੀਜੇਪੀ ਨਾਲ ਸਿੱਖਾਂ ਦਾ ਕੋਈ ਮਸਲਾ ਨਹੀਂ, ਸਿੱਖਾਂ ਦੀ ਕੋਈ ਲੜਾਈ ਨਹੀਂ, ਉਹ ਇਸ ਰਸਤੇ ਤੇ ਨਾ ਪਵੇ। ਸਿੱਖ ਜਿਹੜੇ ਆ ਇਸ ਦੇਸ਼ ਦੇ ਲਈ ਬੜੀਆਂ ਕੁਰਬਾਨੀਆਂ ਕਰਦੇ ਨੇ। ਅਸੀਂ ਤਾਂ ਪਹਿਲਾਂ ਹੀ ਠਾਣੀ ਬੈਠੇ ਆ ਕਿ ਕਾਂਗਰਸ ਜਿਹੜੀ ਆ ਸਿੱਖ ਵਿਰੋਧੀ ਪਾਰਟੀ ਹੈ, ਤੇ ਕਿਉਂ ਬੀਜੇਪੀ ਇਸ ਰਸਤੇ ਤੁਰ ਕੇ ਕਿਉਂ ਸਿੱਖਾਂ ਦੇ ਮਨਾਂ ਦੇ ਅੰਦਰ ਐਸਾ ਪ੍ਰਭਾਵ ਪਾਉਂਦੀ ਆ, ਜਿਹੜਾ ਕਿ ਨਹੀਂ ਕਰਨਾ ਚਾਹੀਦਾ। ਵੋਟਾਂ ਤਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਨੇ, ਸੱਤਾ ਵੀ ਆਉਂਦੀ ਜਾਂਦੀ ਰਹਿਣੀ ਆ। ਸੋ ਇਸ ਕਰਕੇ ਇਹਨਾਂ ਗੱਲਾਂ ਲਈ ਅਸੀਂ ਅਪੀਲ ਕਰਾਂਗੇ। ਬੜੇ ਸਿਆਣੇ ਨੇ, ਦਾਦੂਵਾਲ ਸਾਹਿਬ ਵੀ ਬੜੇ ਸਿਆਣੇ ਨੇ। ਜਿਵੇਂ ਜ਼ਿਕਰ ਹੋਇਆ ਕਿ ਅਕਾਲ ਤਖਤ ਸਾਹਿਬ ਤੇ ਬੈਠ ਕੇ ਆਪਾਂ ਮੁੜ ਬੈਠ ਕੇ ਵਿਚਾਰ ਕਰੀਏ, ਸਿੱਖਾਂ ਦੀ ਸ਼ਕਤੀ ਨੂੰ ਨਾ ਤੋੜੀਏ। ਇਹ ਇਤਿਹਾਸ ਜਿਹੜਾ ਅਗਲਾ ਲਿਖਿਆ ਜਾਣਾ, ਉਹਦੇ 'ਚ ਅਸੀਂ ਤੋੜਨ ਵਾਲੇ ਤੌਰ ਤੇ ਜਾਣੇ ਜਾਵਾਂਗੇ, ਅਸੀਂ ਉਹਨੂੰ ਜੋੜਨ ਵਾਲੇ ਤੌਰ ਤੇ ਨਹੀਂ ਜਾਣੇ ਜਾਵਾਂਗੇ। ਬੇਨਤੀ ਕਰਾਂਗੇ ਦਾਦੂਵਾਲ ਸਾਹਿਬ ਨੂੰ ਕਿ ਦਾਦੂਵਾਲ ਸਾਹਿਬ ਪਿਛਲੇ ਸਮੇਂ ਸੰਘਰਸ਼ ਲੜੇ ਨੇ, ਬੜੀ ਚੰਗੀ ਸ਼ਖਸੀਅਤ ਨੇ, ਤੇ ਆਪਾਂ ਇਸ ਮਾਮਲੇ 'ਚ ਨਾ ਪੈ ਕੇ ਸਿੱਖਾਂ ਦੀ ਸ਼ਕਤੀ ਨੂੰ ਨਾ ਤੋੜੀਏ। ਜਦੋਂ ਵੀ ਹਰਿਆਣਾ ਦਾ ਸਿੱਖ ਵੱਖਰਾ, ਪੰਜਾਬ ਦਾ ਸਿੱਖ ਵੱਖਰਾ, ਹਰਿਆਣਾ ਦਾ ਸਿੱਖ ਵੱਖਰਾ, ਦਿੱਲੀ ਦਾ ਸਿੱਖ ਵੱਖਰਾ ਘੁਆ ਕੇ ਅਸੀਂ ਇਹ ਸਿੱਖਾਂ ਦੇ ਭਲੇ ਦੀ ਗੱਲ ਨਹੀਂ ਕਰਦੇ। ਇੱਕ ਆਖਰੀ ਰਿਐਕਸ਼ਨ ਦਾਦੂਵਾਲ ਜੀ। ਦੇਖੋ ਸਾਹਿਬ ਨੇ ਬਹੁਤ ਵਧੀਆ ਤਰੀਕੇ ਨਾਲ ਸਰਦਾਰ ਹਰਜੀਤ ਸਿੰਘ ਗਰੇਵਾਲ ਉਹਨਾਂ ਨੇ ਆਪਣੀ ਪਾਰਟੀ ਦਾ ਪੱਖ ਕੋਈ ਬਿਲਕੁਲ ਗੰਦਾਰੀ ਜਿਹੜੀ ਨਹੀਂ ਕਰੇਗੀ। ਨਾ ਹੀ ਮੈਂ ਤਜਰਬਾ ਸਾਂਝਾ ਕੀਤਾ ਕਿ ਪਿਛਲੇ 2 ਸਾਲਾਂ ਵਿੱਚ ਸਾਡੇ ਪ੍ਰਬੰਧ ਵਿੱਚ ਕੋਈ ਤੀਸਰੀ ਆਪਣਾ ਗੁਰਚਰਨ ਸਿੰਘ ਗਰੇਵਾਲ ਜੀ ਨੇ ਕਹੀ ਹੈ ਬਤੌਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਪਹਿਲੀ ਗੱਲ ਤਾਂ ਹਰਿਆਣੇ ਚੋਂ 11 ਮੈਂਬਰ ਜਾਂਦੇ, 9 ਨਹੀਂ 11, ਉਹ ਥੋੜਾ ਜਿਹਾ ਦਰੁਸਤ ਕਰਨ ਵਾਲਾ ਉਹਨਾਂ ਨੂੰ। ਹਾਂ ਤੁਸੀਂ 9 ਕਹਿ ਗਏ ਸੀਗੇ। ਇੱਕ 12ਵਾਂ ਮੈਂਬਰ ਨੋਮੀਨੇਟ ਆ। ਦੇਖੋ ਜਿੱਥੇ ਨਜ਼ਰ ਸਵੱਲੀ ਦੀ ਗੱਲ ਆਉਂਦੀ ਆ, ਹੁਣ ਗਰੇਵਾਲ ਸਾਹਿਬ ਦੱਸਣਗੇ ਮੈਨੂੰ ਕਿ ਰਘੂਜੀਤ ਸਿੰਘ ਜੀ ਵਿਰਕ ਜਿਹੜੇ ਕਦੇ ਵੀ ਚੋਣ ਨਹੀਂ ਜਿੱਤੇ ਹਰਿਆਣਾ ਚੋਂ, ਪਰ ਉਹਨਾਂ ਤੇ ਬਾਦਲ ਪਰਿਵਾਰ ਦੀ ਨਜ਼ਰ ਸਵੱਲੀ ਆ ਤੇ ਉਹਨਾਂ ਨੂੰ ਮੈਂਬਰ ਨੋਮੀਨੇਟ ਕੀਤਾ ਹੋਇਆ ਉਹਨਾਂ ਨੇ। ਰਘੂਜੀਤ ਸਿੰਘ ਵਿਰਕ ਹੈ ਔਰ ਉਹਨਾਂ ਨੂੰ ਨੋਮੀਨੇਟ ਕੀਤਾ ਹੋਇਆ, ਬਾਦਲ ਪਰਿਵਾਰ ਦੀ ਨਜ਼ਰ ਸਵੱਲੀ ਆ ਉਹਨਾਂ ਤੇ। ਔਰ ਦੂਸਰੀ ਗੱਲ, ਇੱਕ ਗੱਲ ਹੋਰ ਮੈਂ ਕਹਿਣੀ ਚਾਹੁੰਦਾ ਕਿ ਜਿਹੜੇ ਮੈਂਬਰ ਚੁਣੇ ਹੋਏ ਸੀ 11, ਉਹਨਾਂ ਚੋਂ ਵੀ ਅੱਧੋਂ ਵੱਧ ਮੈਂਬਰ ਤਾਂ ਹਰਿਆਣਾ ਕਮੇਟੀ ਦੇ ਪੱਖ 'ਚ ਆਪਣਾ ਜਿਹੜਾ ਹੈਗਾ ਉਹ ਬਿਆਨ ਐਲਾਨ ਕਰ ਚੁੱਕੇ ਆ ਕਿ ਅਸੀਂ ਹਰਿਆਣਾ ਕਮੇਟੀ ਦੇ ਹੱਕ ਵਿੱਚ ਆ, ਕਿਉਂਕਿ ਹਰਿਆਣੇ ਦੇ ਸਿੱਖਾਂ ਨੂੰ ਜਿਹੜਾ ਇਹ ਹੱਕ ਮਿਲਣਾ ਚਾਹੀਦਾ। ਔਰ ਉਹ ਐਲਾਨ ਕਰਕੇ ਬਕਾਇਦਾ ਆ ਚੁੱਕੇ ਨੇ। ਸਾਬਕਾ ਇਹਨਾਂ ਦੇ ਐਗਜ਼ੈਕਟਿਵ ਮੈਂਬਰ ਵੀ ਨੇ, ਮੌਜੂਦਾ SGPC ਮੈਂਬਰ ਵੀ ਨੇ ਉਹ। ਸੋ ਇਸ ਕਾਰਨ ਕਰਕੇ ਇਹ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਹਰਿਆਣੇ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ ਹੈ ਕਿਸੇ ਤਰ੍ਹਾਂ ਦਾ। ਹਾਂ ਕੋਈ ਉਹਦੇ ਵਾਸਤੇ ਤਾਂ ਕੋਈ ਕਹਿ ਸਕਦਾ, ਪਰ ਹਰਿਆਣਾ ਕਮੇਟੀ ਦੇ ਨਾਂ ਤੇ ਕਿਸੇ ਤਰ੍ਹਾਂ ਦਾ ਹਰਿਆਣੇ ਦੇ ਸਿੱਖਾਂ 'ਚ ਕੋਈ ਮਤਭੇਦ ਨਹੀਂ ਹੈ। ਸਾਰੇ ਚਾਹੁੰਦੇ ਸੀ ਕਿ ਹਰਿਆਣੇ ਦੀ ਕਮੇਟੀ ਜਿਹੜੀ ਵੱਖਰੀ ਬਣੇ ਤੇ ਉਹ ਬਣਾਈ ਹੈ ਸਰਕਾਰ ਨੇ। ਕਾਨੂੰਨੀ ਮਾਨਤਾ ਜਿਹੜੀ ਆ ਹੁਣ ਸੁਪਰੀਮ ਕੋਰਟ ਨੇ ਦਿੱਤੀ ਆ। ਉਹ ਤਾਂ ਹੁਣ ਮੈਂ ਅਪੀਲ ਸਗੋਂ ਕਰਨੀ ਚਾਹੁੰਦਾ ਕਿ ਹਰਿਆਣੇ ਦੇ ਸਿੱਖਾਂ ਨੂੰ ਪ੍ਰਬੰਧ ਜਿਹੜਾ ਉਹ ਖੁਦ ਆ ਕੇ SGPC ਨੂੰ ਜਿਹੜਾ ਹੈਗਾ ਉਹ ਸੰਭਾਲ ਦੇਣਾ ਚਾਹੀਦਾ, ਤਾਂ ਕਿ ਇੱਕ ਭਾਈਚਾਰਾ ਪਿਆਰ ਵੀ ਬਣਿਆ ਰਹੇ। ਜਿੱਥੋਂ ਤੱਕ ਇਹਨਾਂ ਨੇ ਗਰੇਵਾਲ ਸਾਹਿਬ ਨੇ ਵੀ ਕਿਹਾ ਪੈਟਰਨ ਵਾਲੀ, ਉਹ ਮੈਂ ਪਹਿਲਾਂ ਕਹਿ ਚੁੱਕਿਆ ਕਿ ਮੈਂ ਗੁਰੂ ਸਿਧਾਂਤਾਂ ਨੂੰ ਮੁੱਖ ਰੱਖਦਾ ਵਾਂ। ਮੇਰੇ ਵਾਸਤੇ ਅਹੁਦਾ ਜਾਂ ਕੋਈ ਹੋਰ ਵੱਡੀ ਗੱਲ ਨਹੀਂ ਹੈ। ਮੈਂ ਸਰਕਾਰ ਦੇ ਧਿਆਨ 'ਚ ਲਿਆਵਾਂਗਾ ਕਿ ਇਹ ਜਿਹੜਾ ਪੈਟਰਨ ਦਾ ਹੈ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਗ੍ਹਾ ਕਿਸੇ ਵਿਅਕਤੀ ਨੂੰ ਨਹੀਂ ਦਿੱਤੀ ਜਾ ਸਕਦੀ, ਤੇ ਇਹਦੇ 'ਚੋਂ ਸ਼ੋਧ ਵੀ ਕਰ ਲੈਣਗੇ, ਕੋਈ ਵੱਡੀ ਗੱਲ ਨਹੀਂ। ਪਹਿਲਾਂ ਵੀ ਜਿਵੇਂ ਅਮੈਂਡਮੈਂਟ ਕੀਤੀ ਆ, ਮੁੱਖ ਮੰਤਰੀ ਸਾਹਿਬ ਜਿਹੜੇ ਉਹ ਹਰ ਗੱਲ ਨੂੰ ਸਮਝਦੇ ਆ। ਮੈਨੂੰ ਪੂਰੀ ਆਸ ਆ ਕਿ ਉਹ ਕੋਈ ਅੜੀਅਲ ਵਤੀਰਾ ਨਹੀਂ ਇਹਦੇ ਤੇ ਹੋਏਗਾ ਉਹਨਾਂ ਦਾ। ਜਿਵੇਂ ਪਹਿਲਾਂ ਉਹਨਾਂ ਨੇ 2 ਸਾਲ ਸਾਨੂੰ ਪੂਰਾ ਸਹਿਯੋਗ ਦਿੱਤਾ ਹੈ, ਉਹ ਇਹਦੇ ਵਿੱਚ ਵੀ ਸਾਨੂੰ ਪੂਰਾ ਸਹਿਯੋਗ ਦੇਣਗੇ। ਜਿਹੜੀ ਕੋਈ ਗੁਰਮਰਿਆਦਾ ਦੇ ਉਲਟ ਗੱਲ ਹੋਏਗੀ ਉਹਦੇ ਵਿੱਚ ਹਰਿਆਣਾ ਸਰਕਾਰ ਸੋਧ ਕਰਨ ਲੱਗੀ ਜਿਹੜੀ ਆ, ਮੈਨੂੰ ਨਹੀਂ ਉਮੀਦ ਕਿ ਕੋਈ ਇਹਦੇ 'ਚ ਕੋਈ ਹਿਚਕਚਾਹਟ ਹੋਏਗੀ। ਜੀ ਚਲੋ ਸ਼ੁਕਰੀਆ ਦਾਦੂਵਾਲ ਜੀ ਸਾਡੇ ਨਾਲ ਜੁੜਨ ਦੇ ਲਈ। ਗੁਰਚਰਨ ਸਿੰਘ ਗਰੇਵਾਲ ਜੀ ਤੁਹਾਡਾ ਵੀ ਸ਼ੁਕਰੀਆ, ਹਰਜੀਤ ਗਰੇਵਾਲ ਜੀ ਤੁਹਾਡਾ ਵੀ ਸ਼ੁਕਰੀਆ। ਤਾਂ SGPC ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਸਿੱਧਾ ਹੁਣ ਹਰਿਆਣਾ ਸਰਕਾਰ ਦਖਲ ਦੇਏਗੀ ਹਰਿਆਣਾ SGPC ਦੇ ਵਿੱਚ। ਐਡਹੌਕ ਕਮੇਟੀ ਨੂੰ ਲੈ ਕੇ ਜੋ ਆਰਡੀਨੈਂਸ ਜਾਰੀ ਕੀਤਾ ਗਿਆ ਉਸ ਨੂੰ ਲੈ ਕੇ ਸਖਤ ਇਤਰਾਜ਼ ਜਤਾਇਆ ਹੈ। ਤੇ ਦੂਸਰੇ ਪਾਸੇ ਦਾਦੂਵਾਲ ਜੀ ਵੀ ਸਾਡੇ ਨਾਲ ਜੁੜੇ, ਹਰਜੀਤ ਸਿੰਘ ਗਰੇਵਾਲ ਸਾਡੇ ਨਾਲ ਜੁੜੇ, ਉਹਨਾਂ ਨੇ ਇਹਨਾਂ ਇਲਜ਼ਾਮਾਂ ਨੂੰ ਨਕਾਰਿਆ ਹੈ। ਹਰਿਆਣਾ SGMC ਦੇ ਵਿੱਚ BJP ਕੋਈ ਦਖਲ ਨਹੀਂ ਦੇਗੀ ਜਾਂ ਸਰਕਾਰ ਕੋਈ ਦਖਲ ਨਹੀਂ ਦੇਗੀ, ਹਰਜੀਤ ਸਿੰਘ ਗਰੇਵਾਲ ਦਾ ਕਹਿਣਾ ਹੈ। ਹਰਿਆਣਾ SGMC ਐਕਟ ਨੂੰ ਲੈ ਕੇ ਵਿਵਾਦ ਲਗਾਤਾਰ ਭਖਦਾ ਜਾ ਰਿਹਾ ਹੈ। SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਤਰਾਜ਼ ਜਤਾਇਆ ਹੈ ਆਰਡੀਨੈਂਸ ਨੂੰ ਲੈ ਕੇ, ਐਡਹੌਕ ਕਮੇਟੀ ਨੂੰ ਲੈ ਕੇ, ਕਿਹਾ ਕਿ ਜੋ ਅਸੀਂ ਖਦਸ਼ਾ ਜਤਾਇਆ ਸੀ ਉਹੀ ਹੋ ਰਿਹਾ ਹੈ। ਸਰਕਾਰ ਸਿੱਧਾ ਕਮੇਟੀ ਤੇ ਕੰਟਰੋਲ ਕਰ ਰਹੀ ਹੈ।